KRPA 1110 AM ਦੇ ਸਰੋਤਿਆਂ ਨੂੰ ਸੁਖਜੀਤ ਮੰਗਟ ਵੱਲੋਂ ਸਤਿ ਸ਼੍ਰੀ ਅਕਾਲ। 1 ਜੂਨ 2022 ਪ੍ਰੋਗਰਾਮ ਪੰਜਾਬੀ ਆਵਾਜ਼ 'ਚ ਤੁਹਾਡਾ ਸਵਾਗਤ ਹੈ। ਇਹ ਪ੍ਰੋਗਰਾਮ ਹਫ਼ਤੇ ਦੇ 5 ਦਿਨ ਮੰਡੇ ਟੂ ਫਰਾਈਡੇ ਤੁਹਾਡੇ ਲਈ ਪੇਸ਼ ਕੀਤਾ ਜਾਂਦਾ ਹੈ ਡਾਕਟਰ ਸ਼ਿੰਦਰ ਪੁਰੇਵਾਲ ਤੇ ਮੇਰੇ ਵੱਲੋਂ। ਦੁਨੀਆ ਭਰ 'ਚ ਸਾਡੇ ਪ੍ਰੋਗਰਾਮ ਤੁਸੀਂ ਸੁਣ ਸਕਦੇ ਹੋ radioindia.ca ਤੇ। US ਤੇ ਕੈਨੇਡਾ 'ਚ ਸਾਡੇ ਪ੍ਰੋਗਰਾਮ ਸੁਣੇ ਜਾ ਸਕਦੇ KRPA 1110 AM ਤੇ। ਸਟੂਡੀਓ ਦਾ ਨੰਬਰ ਹੈ 6045929191 6045929191। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਡਾਕਟਰ ਪੁਰੇਵਾਲ ਜੀ ਦਾ। ਡਾਕਟਰ ਸਾਹਿਬ, ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਜੀ। ਪੰਜਾਬੀ ਆਵਾਜ਼ ਦੇ ਸਾਰੇ ਸਰੋਤਿਆਂ ਨੂੰ ਆਦਾਬ ਜੀ। ਡਾਕਟਰ ਸਾਹਿਬ, ਖਬਰਾਂ ਦਾ ਸਿਲਸਿਲਾ ਅੱਜ ਅਸੀਂ ਆਪਣੇ ਸ਼ਹਿਰ ਸਰੀ ਤੋਂ ਸ਼ੁਰੂ ਕਰਦੇ ਹਾਂ ਜੀ। ਡਾਕਟਰ ਸਾਹਿਬ ਦੇਖੋ, ਕਹਿੰਦੇ ਆ ਵੀ ਜਦੋਂ ਕੋਈ ਲੋਕੀ ਪੋਲਿਟਿਕਸ 'ਚ ਆਉਂਦੇ ਆ ਜਿਹੜੀ ਤੁਹਾਡੀ ਚਮੜੀ ਆ ਮੋਟੀ ਹੋਣੀ ਚਾਹੀਦੀ ਆ ਜੀ। ਇਹ ਗੱਲ ਆਪਾਂ ਅਕਸਰ ਸੁਣਦੇ ਆ, ਪਰ ਜਿਹੜੇ ਆਪਣੇ ਮੇਅਰ ਸਾਹਿਬ ਹੈਗਾ ਡਗ ਮੈਕੈਲਮ, ਇਹਨਾਂ ਨੇ ਨਾ ਇਹ ਗੱਲ ਨੂੰ ਬਿਲਕੁਲ ਸੱਚ ਸਾਬਤ ਕਰਤਾ। ਇਹਨਾਂ ਨੂੰ ਹਰ ਕੋਈ ਇਹੀ ਕਹਿ ਰਿਹਾ ਕਿ ਇਹਨਾਂ ਨੂੰ ਸੈਟੀਸਫਾਈਡ ਹੋ ਜਾਣਾ ਚਾਹੀਦਾ ਆਪਣੀਆਂ ਮੇਅਰਲ ਡਿਊਟੀਜ਼ ਤੋਂ, ਕਿਉਂਕਿ ਇਹ ਕ੍ਰਿਮੀਨਲ ਚਾਰਜਿਸ ਦਾ ਸਾਹਮਣਾ ਕਰ ਰਹੇ ਆ। ਹੁਣ ਤੁਸੀਂ ਦੇਖੋਗੇ ਜਿਹੜੀ ਮੰਡੇ ਨੂੰ ਮੀਟਿੰਗ ਹੋਈ ਸੀ, ਕਾਉਂਸਲ ਦੀ ਮੀਟਿੰਗ ਹੋਈ ਸੀ, ਉਹ 'ਚ ਹਫੜਾ ਦਫੜੀ ਵਾਲਾ ਮਾਹੌਲ ਸੀ। ਪੁਲਿਸ ਨੂੰ ਉੱਥੇ ਬੁਲਾਉਣਾ ਪੈ ਗਿਆ। ਇਹੋ ਜਿਹੇ ਮਾਹੌਲ ਦੇ ਵਿੱਚ ਤਾਂ ਵੀ ਆਪਣੇ ਮੇਅਰ ਸਾਹਿਬ ਇੱਕੋ ਹੀ ਚੀਜ਼ ਤੇ ਅੜੇ ਹੋਏ ਸੀ, ਮੈਂ ਨਾ ਮੰਨੂ। ਤੁਸੀਂ ਕੀ ਕਹਿਣਾ ਚਾਹੋਗੇ? ਇੰਨਾ ਕੇਓਸ, ਇੰਨੀ ਜ਼ਿਆਦਾ ਕਹਿ ਲਓ ਵੀ ਤੁਸੀਂ ਉੱਥੇ ਜਦੋਂ ਗਏ ਹੋ ਤਾਂ ਜਿਹੜੇ ਕਾਉਂਸਲਰਸ ਆ ਉਹ ਵੀ ਸਾਰੇ ਬਹੁਤ ਘਬਰਾਏ ਸੀ। ਉਹ ਵੀ ਕਹਿੰਦੇ ਸੀ ਵੀ ਅਨਫੋਰਚੂਨੇਟ ਹੈ ਜੋ ਹੋਇਆ ਮੀਟਿੰਗ ਦੇ ਵਿੱਚ। ਦੇਖੋ, ਇੱਕ ਜ਼ਮਾਨਾ ਸੀ ਜਦੋਂ ਜਿਹਨੂੰ ਇੱਕ ਥੀਸਿਸ ਦਿੰਦੇ ਆ ਸਾਡੇ ਡਿਪਾਰਟਮੈਂਟ ਦੇ ਵਿੱਚ, ਕਹਿੰਦੇ ਹੁੰਦੇ ਆ ਡਿਕਲਾਈਨ ਆਫ ਲੈਜਿਸਲੇਚਰਸ। ਉਹਦੇ ਵਿੱਚ ਇੱਕ ਗੱਲ ਕਰਦੇ ਆ, ਹੁਣ ਅਸੀਂ ਅਖਲਾਕ ਦੀ ਗੱਲ ਕਰਦੇ ਆ, ਐਥਿਕਸ ਕਮਿਸ਼ਨਰ ਬਣੇ ਆ। ਇਸ ਹੱਦ ਤਾਈਂ ਪਹੁੰਚਣ ਲਈ ਮਤਲਬ ਪਹਿਲਾਂ ਹੁੰਦੇ ਸੀ ਕਿ ਆਪਣੇ ਆਪ ਹੀ ਰਿਜ਼ਾਈਨ ਕਰ ਦਿੰਦੇ ਸੀ ਕਿ ਕੁਝ ਹੋ ਗਿਆ ਸਾਡੇ ਡਿਪਾਰਟਮੈਂਟ 'ਚ, ਕੁਝ ਹੋ ਗਿਆ ਸਾਡੇ ਮੇਅਰ ਨੂੰ, ਜੇ ਸਿਟੀ ਦੇ ਵਿੱਚ ਕੁਝ ਹੋ ਗਿਆ ਉਹਨਾਂ ਨੇ ਕਹਿਣਾ ਮੇਰੀ ਨੈਤਿਕ ਜ਼ਿੰਮੇਵਾਰੀ ਹੈ। ਹਾਂਜੀ। ਫਿਰ ਕਾਨੂੰਨ ਬਣਾਏ ਗਏ, ਐਥਿਕਸ ਕਮਿਸ਼ਨਰ ਬਣਾਏ ਗਏ, ਤੇ ਹੁਣ ਇਹ ਗੱਲ ਮੰਨ ਚੁੱਕੇ ਆ ਕਿ ਕਿਸੇ ਪੱਧਰ ਤੇ ਵੀ, ਚਾਹੇ ਉਹ ਸਿਟੀ ਦੇ ਆ, ਚਾਹੇ ਪ੍ਰੋਵਿੰਸ਼ੀਅਲ ਹੈ ਜਾਂ ਫੈਡਰਲ ਹੈ, ਕੋਈ ਅਖਲਾਕੀ ਤੌਰ ਤੇ ਕਦੇ ਰਿਜ਼ਾਈਨ ਨਹੀਂ ਕਰਦਾ। ਹਾਂਜੀ, ਬਿਲਕੁਲ। ਇਹ ਪਹਿਲੀ ਵਾਰੀ ਹੈ ਕਿ ਸਾਡੇ ਪ੍ਰਧਾਨ ਮੰਤਰੀ ਕੈਨੇਡਾ ਦੇ 2 ਵਾਰ ਐਥਿਕਸ ਕਮਿਸ਼ਨਰ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਉਲੰਘਣਾ ਕੀਤੀ ਹੈ, ਤੇ ਕੋਈ ਫਰਕ ਨਹੀਂ ਹੋਣਾ। ਖੱਬੇ ਨਾ ਸੱਜੇ ਤੁਸੀਂ ਗੱਲ ਕੀਤੀ ਵੀ ਇਹ ਚਮੜੀ ਹੋਣੀ ਚਾਹੀਦੀ ਮੋਟੀ। ਹਾਂਜੀ। ਤੇ ਇਹਨਾਂ ਦੀ ਤਾਂ ਹਾਥੀ ਦੀ ਚਮੜੀ ਲੱਗਦੀ ਹੈ। ਬਿਲਕੁਲ ਡਾਕਟਰ ਸਾਹਿਬ, ਤੁਸੀਂ ਆਪ ਸੋਚੋ ਕਿ ਇੰਨਾ ਪ੍ਰੈਸ਼ਰ ਆਲੇ ਦੁਆਲੇ ਤੋਂ ਸਾਰਾ ਲੋਕ ਕਹਿ ਰਹੇ ਹੈਗੇ ਆ, ਈਵਨ ਉਹ ਕਾਉਂਸਲਰਸ ਕਹਿ ਰਹੇ ਹੈਗੇ, ਤਾਂ ਵੀ ਉਹ ਕਿਸੇ ਦੀ ਗੱਲ ਹੀ ਨਹੀਂ ਸੁਣ ਰਹੇ। ਨਾਲੇ ਹੁਣ ਜਿਹੜੇ ਕਾਉਂਸਲਰ ਕਹਿ ਰਹੇ ਉਹਨਾਂ ਦੀ ਵੀ ਗੱਲ ਕਰ ਲੈਂਦੇ ਆ। ਹਾਂਜੀ। ਜੈਕ ਹੰਡਲ ਨੇ ਕਿਹਾ ਨਾ, ਹੰਡਾਇਲ ਨੇ ਜੀ। ਪਹਿਲੀ ਗੱਲ, ਇੱਕ ਵਾਰ ਤੁਸੀਂ ਸੋਚੋ, ਜਿਹੜੇ ਚਾਹੇ ਸਿਟੀ ਵੱਡੇ ਸਿਟੀਜ਼ ਹੋਣ, ਚਾਹੇ ਪ੍ਰੋਵਿੰਸ਼ੀਅਲ ਜਾਂ ਫੈਡਰਲ ਸਰਕਾਰ ਦੇ ਵਿੱਚ ਚੋਣਾਂ ਤੁਸੀਂ ਨਹੀਂ ਜਿੱਤਦੇ, ਤੁਸੀਂ ਉਹ ਪਾਰਟੀ ਜਿੱਤਦੀ ਹੈ। ਹਾਂਜੀ। NDP ਜਿੱਤਦੀ ਹੈ, ਉਮੀਦਵਾਰ ਨਹੀਂ ਜਿੱਤਦਾ ਜੀ। ਹਾਂ, ਉਹ ਦੇ ਹੈਪਨ ਟੂ ਬੀ ਕੈਂਡੀਡੇਟਸ। ਇਹ ਜੁਦੀ ਗੱਲ ਹੈ। ਇੰਡੀਆ ਵਾਲਿਆਂ ਨੇ ਇਸ ਬੇਸਿਸ ਤੇ ਇੱਕ ਦਲ ਬਦਲੂ ਕਾਨੂੰਨ ਬਣਾਇਆ ਹੈ। ਜੇ ਤੁਸੀਂ ਪਾਰਲੀਮੈਂਟ 'ਚ ਜਾ ਕੇ ਜਾਂ ਲੈਜਿਸਲੇਚਰ 'ਚ ਜਾ ਕੇ ਆਪਣਾ ਦਲ ਬਦਲ ਲੈਂਦੇ ਆ, ਫਿਰ ਤੁਹਾਨੂੰ ਅਸਤੀਫਾ ਦੇਣਾ ਪੈਂਦਾ। ਫਿਰ ਜੇ ਦੁਬਾਰਾ ਤੁਹਾਨੂੰ ਲੋਕੀ ਚੁਣ ਦੇਣ, ਜਿਹੜੀ ਨਵੀਂ ਪਾਰਟੀ ਜੁਆਇਨ ਕੀਤੀ ਜਾਂ ਪਾਰਟੀ ਛੱਡੀ ਆਜ਼ਾਦ ਦੇ ਤੌਰ ਤੇ, ਫਿਰ ਜੁਦੀ ਗੱਲ ਹੈ। ਹਾਂਜੀ। ਇਹ ਜੈਕ ਹੰਡਾਇਲ ਜਿਹੜੇ ਆ ਤੇ ਬਰਿੰਡਾ ਲੌਕ, ਇਹ ਪਹਿਲਾਂ ਮੇਅਰ ਡਗ ਮੈਕੈਲਮ ਦੀ ਪਾਰਟੀ ਦੇ ਨਾਲ ਚੁਣੇ ਗਏ। ਹਾਂਜੀ, ਉਹਨਾਂ ਦੀ ਸਲੇਟ 'ਚ ਸੀ ਇਹ। ਉਹਨਾਂ ਦੀ ਸਲੇਟ 'ਚ ਚੁਣੇ ਗਏ। ਜਿਸ ਦਿਨ ਇਹਨਾਂ ਨੇ ਉਹਨਾਂ ਨੂੰ ਨਾਤਾ ਤੋੜਿਆ, ਇਸ ਗੱਲ ਤੇ ਤੋੜਿਆ ਕਿ ਅਸੀਂ ਸਰੀ ਦੀ RCMP ਦੇ ਹੱਕ 'ਚ ਹਾਂ। ਹਾਂਜੀ। ਅੱਛਾ, ਤੁਸੀਂ ਹੱਕ ਦੇ ਵਿੱਚ ਆ। ਇਹਨਾਂ ਨੇ ਇਹ ਕਿਹਾ ਕਿ ਰੈਫਰੈਂਡਮ ਹੋਣਾ ਚਾਹੀਦਾ। ਸਭ ਤੋਂ ਸੌਖਾ ਤਰੀਕਾ ਰੈਫਰੈਂਡਮ ਕਰਾਉਣ ਦਾ, ਕਿਸੇ ਨੂੰ ਕੁਝ ਕਹਿਣ ਦੀ ਲੋੜ ਨਹੀਂ ਆ। ਇਹਨਾਂ ਦੋਹਾਂ ਜਾਣਿਆਂ ਨੂੰ ਇਹਨਾਂ ਨੇ ਜਿਸ ਪਾਰਟੀ ਤੇ ਚੁਣੇ ਗਏ ਸੀ ਉਸ ਪਾਰਟੀ ਨੂੰ ਛੱਡਿਆ, ਨੈਤਿਕ ਤੌਰ ਤੇ, ਅਖਲਾਕੀ ਤੌਰ ਤੇ। ਹਾਂਜੀ। ਇਹਨਾਂ ਨੂੰ ਅਸਤੀਫਾ ਦੇਣਾ ਚਾਹੀਦਾ ਸੀ ਦੋਹਾਂ ਜਾਣਿਆਂ ਨੂੰ ਜੀ। ਤੇ ਉਸ ਵੇਲੇ ਫਿਰ ਬਾਈ ਇਲੈਕਸ਼ਨ ਹੁੰਦੀ ਆ। ਬਾਈ ਇਲੈਕਸ਼ਨ ਜੇ ਜਿੱਤ ਜਾਂਦੇ
ਤਾਂ ਉਹ ਆਪਣੇ ਆਪ ਹੀ ਰੈਫਰੈਂਡਮ ਸੀ। ਹਾਂਜੀ ਕੁਝ ਕਹਿਣ ਦੀ ਲੋੜ ਹੀ ਨਹੀਂ ਸੀ, ਨਾ ਮੇਅਰ ਨੂੰ ਕਹਿਣ ਦੀ ਲੋੜ ਸੀ, ਨਾ ਪ੍ਰੋਵਿੰਸ਼ੀਅਲ ਸਰਕਾਰ ਨੂੰ ਕਹਿਣ ਦੀ ਲੋੜ ਹੈ। ਜੀ ਤੁਸੀਂ ਆਪ ਹੀ ਇੰਪੋਜ਼ ਕਰਤਾ ਇਹਨਾਂ ਤੇ ਰੈਫਰੈਂਡਮ। ਸਾਡੇ ਇੱਕ ਵਾਰੀ ਹੋਇਆ ਸੀ 1993 ਦੇ ਵਿੱਚ, ਸਾਡੇ ਡਿਪਟੀ ਪ੍ਰਾਈਮ ਮਿਨਿਸਟਰ ਹੁੰਦੇ ਸੀ ਸ਼ੀਲਾ ਕੌਪਸ, ਉਹਨਾਂ ਨੇ ਅਸਤੀਫਾ ਦਿੱਤਾ ਇਸ ਗੱਲ ਤੇ ਕਿ GST ਐਲੀਮੀਨੇਟ ਕਰਨ ਲਈ ਅਸੀਂ ਮੇਨ ਵਾਅਦਾ ਕੀਤਾ ਸੀ। ਜੌਂਕਰਚੀਆਂ ਨੇ ਇਹ ਵਾਅਦਾ ਕੀਤਾ ਸੀ ਕਿ GST ਜਦੋਂ ਮੈਂ ਪ੍ਰਾਈਮ ਮਿਨਿਸਟਰ ਬਣ ਗਿਆ ਉਦੋਂ ਅਸੀਂ ਖਤਮ ਕਰ ਦੇਣਾ। ਫਿਰ ਉਹ ਮੁੱਕਰ ਗਏ। ਉਹ ਤਾਂ ਪੁਰਾਣੇ ਸਿਆਸਤਦਾਨ ਸੀ, ਉਹਨਾਂ ਨੂੰ ਤਾਂ ਪਤਾ ਸੀ ਵੀ ਵਾਅਦੇ ਤਾਂ ਇਸ ਕਰਕੇ ਕੀਤੇ ਜਾਂਦੇ ਆ ਵੀ ਤੋੜਨ ਲਈ। ਇਹ ਕਮਲੀ ਗੱਲਾਂ ਮਾਰਨ ਲੱਗੀ ਹੈ। ਉਹਨੇ ਫਿਰ ਰਿਜ਼ਾਈਨ ਕੀਤਾ, ਰਿਜ਼ਾਈਨ ਕਰਕੇ ਦੁਬਾਰਾ ਇਲੈਕਟ ਹੋ ਗਏ ਉਹ ਹੈਮਿਲਟਨ ਦੇ। ਦੁਬਾਰਾ ਉਹਨੂੰ ਜ਼ਿਆਦਾ ਵੋਟਾਂ ਪਈਆਂ ਐਕਚੁਅਲੀ ਜੀ। ਲੋਕਾਂ ਨੇ ਰਿਸਪੈਕਟ ਕੀਤੀ ਕਿ ਇਹਦੀ ਕੋਈ ਨੈਤਿਕਤਾ ਹੈ ਇਹਦੇ ਵਿੱਚ। ਹਾਂਜੀ, ਅਖਲਾਕੀ ਤੌਰ ਤੇ ਠੀਕ ਹੈ ਜੀ। ਇਸ ਤਰ੍ਹਾਂ ਜੇ ਤੁਸੀਂ ਕਰਨਾ ਆ, ਚਲੋ ਜੈਕ ਹੰਡਾਇਲ ਨੇ ਜਾਂ ਬ੍ਰਿੰਡਾ ਲੌਕ ਨੇ ਇਦਾਂ ਕਰਦੇ ਨਾ ਤਾਂ ਇਹਨਾਂ ਦੀ ਹੋਰ ਵੀ ਚੜ੍ਹਤ ਹੋਣੀ ਸੀ ਦੋਹਾਂ ਜਾਣਨ ਦੀ। ਹਾਂਜੀ। ਤਾਂ ਹੁਣ ਗੱਲ ਕਰ ਲੈਂਦੇ ਆ। ਇਹ ਸਵਾਲ ਕਰਦੇ ਆ, ਠੀਕ ਹੈ, ਮੇਅਰ ਡਗ ਮਕੈਲਮ ਨੂੰ, ਜਿਹੜਾ ਪ੍ਰੋਵਿੰਸ਼ੀਅਲ ਸਰਕਾਰ ਨੇ ਕਾਨੂੰਨ ਬਣਾਇਆ ਕਿ ਜੇ ਕਿਸੇ ਤੇ ਇੰਡਾਈਟੇਬਲ ਅਫੈਂਸ ਹੈਗਾ ਉਹਨੂੰ ਇੱਕ ਪਾਸੇ ਹਟ ਜਾਣਾ ਚਾਹੀਦਾ, ਉਹ ਰੈਟਰੋਐਕਟਿਵ ਹੁੰਦਾ ਤੇ ਫਿਰ ਤੇ ਮੇਅਰ ਨੇ ਦਾ ਪੰਗਾ ਹੀ ਖਤਮ ਹੋ ਜਾਣਾ ਸੀ। ਹਾਂਜੀ। ਤੇ ਪ੍ਰੋਵਿੰਸ਼ੀਅਲ ਸਰਕਾਰ ਦੇ ਵਿੱਚ ਵੀ ਇੰਨਾ ਦਮ ਹੈ ਨਹੀਂ। ਉਹਨਾਂ ਨੇ ਵੀ ਆਪਣੀ ਜ਼ਿੰਮੇਵਾਰੀ ਜਿਹੜੀ ਆ ਹੋਰ ਕਿਸੇ ਦੇ ਸਿੱਟਤੀ। 1991 ਦੇ ਵਿੱਚ NDP ਸਰਕਾਰ ਇਸ ਕਰਕੇ ਬਣੀ ਕਿ ਉਹਨਾਂ ਨੇ ਕਿਹਾ, ਮਤਲਬ ਹੋਰ ਵਾਅਦਿਆਂ ਦੇ ਨਾਲ ਇੱਕ ਵਾਅਦਾ ਇਹ ਕੀਤਾ ਸੀ ਕਿ ਸਾਡੇ ਸਿਟੀਜ਼ ਦੇ ਵਿੱਚ ਵਾਰਡ ਸਿਸਟਮ ਹੋਊਗਾ। ਸਾਰੇ ਕੈਨੇਡਾ ਦੇ ਵਿੱਚ ਵਾਰਡ ਸਿਸਟਮ ਹੈ, ਜਿੰਨੇ ਵੀ ਪ੍ਰੋਵਿੰਸਸ ਹੈ ਉਹਨਾਂ ਦੀ ਸਿਟੀਜ਼ ਦੇ ਵਿੱਚ ਵਾਰਡ ਸਿਸਟਮ ਹੈ। ਇੱਕ ਸਿਰਫ BC 'ਚ ਹੈ ਨਹੀਂ। ਹੁਣ ਵੱਡੀਆਂ ਸਿਟੀਜ਼ ਦੇ ਵਿੱਚ ਬਹੁਤ, ਇੱਕ ਸਿਟੀ ਆਫ ਸਰੀ ਦੇ ਵਿੱਚ, ਸਿਟੀ ਆਫ ਵੈਨਕੂਵਰ ਦੇ ਵਿੱਚ ਇੱਕ ਬੰਦੇ ਨੇ ਸਾਰੀ ਸਿਟੀ 'ਚ ਕੈਂਪੇਨ ਕਰਨਾ ਔਖਾ ਹੁੰਦਾ। ਹਾਂਜੀ। ਅੱਛਾ, ਦੂਜਾ ਉਹਦੀ ਜ਼ਿੰਮੇਵਾਰੀ ਕੋਈ ਨਹੀਂ ਲੈਂਦਾ। ਕਹਿੰਦੇ ਹੁੰਦੇ ਸਾਂਝੀ ਮਾਂ ਨੂੰ ਕੌਣ ਰੋਵੇ। ਜੀ। ਤੇ ਆਪਣਾ ਆਪਣਾ ਵਾਰਡ ਹੋਵੇ ਨਾ, ਕੋਈ ਨਿਊਟਨ ਚੋਂ ਇਲੈਕਟ ਹੋਇਆ, ਕੋਈ ਫਲੀਟਵੁੱਡ ਚੋਂ ਇਲੈਕਟ ਹੋਇਆ, ਕੋਈ ਸਾਊਥ ਸਰੀ ਚੋਂ ਹੋਇਆ, ਕੋਈ ਵੌਲੀ ਚੋਂ ਹੋਇਆ, ਉਹ ਫਿਰ ਆਪਣੇ ਆਪਣੇ ਇਲਾਕੇ ਲਈ ਲੜਨਗੇ। ਹਾਂਜੀ। ਇਹ ਵਾਰਡ ਸਿਸਟਮ ਹੀ ਆ ਸਾਡੇ ਕੈਨੇਡਾ ਦੇ ਵਿੱਚ। 308 ਬੰਦੇ ਚੋਣ ਹੁੰਦੇ ਆ ਜੀ। ਇਹ ਵਾਰਡ ਸਿਸਟਮ ਹੀ ਹੈ। 87 ਬੰਦੇ ਇੱਥੋਂ ਚੋਣ ਹੁੰਦੇ MLA। ਤੇ ਇਹ ਕਿਉਂ ਨਹੀਂ ਕਰ ਸਕਦੇ ਸਿਟੀਜ਼ ਦੇ ਵਿੱਚ? ਚੁਣੇ ਗਏ ਮੇਅਰ ਪ੍ਰੀਮੀਅਰ ਹਾਰਕੋਰਟ, ਉਸ ਤੋਂ ਬਾਅਦ ਦੇਖੋ ਦਮ ਹੈ ਨਹੀਂ ਬੰਦਿਆਂ ਦੇ ਵਿੱਚ ਨਾ, ਰੀੜ ਦੀ ਹੱਡੀ ਹੈ ਨਹੀਂ ਇਹਨਾਂ ਦੇ ਪੋਲੀਟੀਸ਼ੀਅਨ ਦੇ ਵਿੱਚ। ਉਹਨਾਂ ਦੇ ਹੀ ਖਾਸ ਤੌਰ ਤੇ ਉਹਨਾਂ ਦੇ ਬੰਦਿਆਂ ਨੇ, ਕੁਝ ਜਿਹੜੇ ਸਿਟੀਜ਼ ਦੇ ਵਿੱਚ ਬੈਠੇ ਸੀ, ਉਹਨਾਂ ਨੇ ਆਪੋਜੀਸ਼ਨ ਕੀਤੀ ਇਹਦੀ। ਫਿਰ ਉਹਨਾਂ ਨੇ ਗਲੋਂ ਗੁਲਾਮਾਂ ਲਾਤਾ। ਉਹਨਾਂ ਨੇ ਇੱਕ ਕਾਨੂੰਨ ਪਾਸ ਕਰਤਾ ਕਿ ਜੇ ਸਿਟੀ ਕੋਈ ਚਾਹਵੇ ਆਪਣੇ ਆਪ ਤੇ ਉਹ ਵਾਰਡ ਸਿਸਟਮ ਕਰ ਸਕਦੀ ਹੈ। ਮਤਲਬ ਇਹ ਅਸੀਂ ਨਹੀਂ ਇੰਪੋਜ਼ ਕਰਨਾ ਕਿਸੇ ਦੀ। ਜ਼ਿੰਮੇਵਾਰੀ ਉਹਨਾਂ ਦੀ ਸੀ, ਵੈਸੇ ਵਾਅਦਾ ਵੀ ਉਹਨਾਂ ਨੇ ਕੀਤਾ ਸੀ, ਪਰ ਮੁੱਕਰ ਗਏ ਕਿਉਂਕਿ ਉਹਨਾਂ 'ਚ ਦਮ ਹੈ ਨਹੀਂ ਸੀ ਕਿ ਅਸੀਂ ਇਸ ਵਾਅਦੇ ਨੂੰ ਨਿਭਾ ਸਕੀਏ। ਹੁਣ ਸ਼ਹਿਰਾਂ ਦੇ ਵਿੱਚ ਆ ਗਿਆ, ਇਟਸ ਅਪ ਟੂ ਮੇਅਰ ਐਂਡ ਕੌਂਸਲ ਜੀ। ਜੇ ਹੁਣ ਚਾਹੁਣ ਅਗਲੀ ਇਲੈਕਸ਼ਨ ਦੇ ਵਿੱਚ ਵਾਰਡ ਸਿਸਟਮ ਹੋਊਗਾ। ਪਰ ਮੇਅਰ ਡਗ ਮਕੈਲਮ ਦੀ ਟੀਮ ਨੇ ਇੱਕ ਸਕੀਮ ਸੋਚੀ ਆ। ਹੁਣ ਇਹ ਰੈਫਰੈਂਡਮ ਕਰਾਉਣਾ ਇਹਨਾਂ ਨੇ ਅਕਤੂਬਰ ਦੇ ਵਿੱਚ। ਹਾਂਜੀ। ਵਾਅਦਾ ਕਰਨਾ ਉਹਨਾਂ ਦਾ, ਉਸ ਰੈਫਰੈਂਡਮ ਦਾ ਵਾਅਦਾ ਕਰਨਾ, ਹਾਲੇ ਕਰਾਉਣਾ ਨਹੀਂ, ਵਾਅਦਾ ਕਰਨਾ ਕਿ ਨਾਲ ਜੇ ਸਾਨੂੰ ਵਾਰਡ ਸਿਸਟਮ ਚਾਹੀਦਾ ਹੋਵੇ। ਸਰੀ ਦੇ ਵਿੱਚ ਬਹੁਤ ਵਾਰ ਲੋਕਾਂ ਨੇ ਕਿਹਾ ਵੀ ਸਾਨੂੰ ਵਾਰਡ ਸਿਸਟਮ ਹੋਣਾ ਚਾਹੀਦਾ, ਕਿਉਂਕਿ ਕਮ ਸੇ ਕਮ ਜ਼ਿੰਮੇਵਾਰੀ ਤਾਂ ਹੋਵੇ ਨਾ ਤੁਹਾਡੀ। ਹਾਂਜੀ। ਕਿ ਨਿਊਟਨ ਜੋ ਕੋਈ ਕਾਉਂਸਲਰ ਆ ਉਹਨੂੰ ਜਾ ਕੇ ਤੁਹਾਨੂੰ ਫੜੋ ਜੀ, ਭਾਈ ਆ ਕੀ ਹੋਇਆ। ਜੇ ਚੰਗੀਆਂ ਸੜਕਾਂ ਆ ਤਾਂ ਸਾਊਥ ਸਰੀ ਦੇ ਵਿੱਚ ਹੀ ਆ, ਤਾਂ ਨਿਊਟਨ 'ਚ ਕਿਉਂ ਨੇ ਜੀ? ਤੁਸੀਂ ਤਾਂ ਹੀ ਫੜੋਗੇ ਜੇ ਉਹਦਾ ਨੁਮਾਇੰਦਾ ਹੋਵੇ ਕੋਈ। ਹਾਂਜੀ। ਸੋ ਇਸ ਕਰਕੇ ਲੋਕੀ ਉਹਦੇ ਹੱਕ 'ਚ ਆ, ਇਹਨਾਂ ਨੂੰ ਪਤਾ ਆ। ਸੋ ਇਹਨਾਂ ਦੀ ਸਟ੍ਰੈਟਜੀ ਜਿਹੜੀ ਹੈ ਮੇਅਰ ਦੀ ਇਹੀ ਆ ਕਿ ਅਗਲੀਆਂ ਇਲੈਕਸ਼ਨ ਦੇ ਵਿੱਚ ਇੱਕ ਤਾਂ ਉਹ ਵਾਅਦਾ ਕਰਨਾ, ਦੂਸਰਾ ਅਸੀਂ ਸਿਟੀ ਆਫ ਸਰੀ ਦੀ ਪੁਲਿਸ ਦਾ ਉਹੀ ਇਸ਼ੂ ਆ। ਹਾਂਜੀ।
ਅੱਛਾ, ਜਿਹੜੇ ਆਰਸੀਐਮਪੀ ਦੇ ਹੱਕ ਦੇ ਵਿੱਚ ਹੋਣੇ ਆ, ਜੇ ਅੱਜ ਤਾਂ ਇੱਕ ਹੀ ਹਾਲੇ ਉਮੀਦਵਾਰ, ਹੋ ਸਕਦਾ ਅਗਸਤ ਸਤੰਬਰ ਦੇ ਵਿੱਚ 4 ਹੋਰ ਆ ਜਾਣ। ਹਾਂਜੀ। ਫਿਰ ਦੂਜੀ ਸਟ੍ਰੈਟਜੀ ਉਹਨਾਂ ਦੀ ਇਹ ਆ ਕਿ ਜੇ ਸਾਡੇ ਖਿਲਾਫ ਜਿਹੜੇ ਬੰਦੇ ਆ ਉਹਨਾਂ ਦੀਆਂ ਵੋਟਾਂ ਵੰਡੀਆਂ ਜਾਣਗੀਆਂ ਜੀ। ਜੇ ਵੰਡੀਆਂ ਜਾਣਗੀਆਂ ਤਾਂ ਮੈਂ ਫੇਰ ਜਿੱਤ ਜਾਣਾ। ਹਾਂਜੀ। ਤੇ ਅਖਲਾਕ ਨੂੰ ਕੋਈ ਨਹੀਂ ਪੁੱਛਦਾ ਇੱਥੇ। ਬਿਲਕੁਲ ਡਾਕਟਰ ਸਾਹਿਬ ਸਹੀ। ਜਿਹੜੇ ਬੰਦਿਆਂ ਨੇ ਆਪਣੇ ਘਰ ਅਪਰੂਵ ਕਰਾਉਣੇ ਹੁੰਦੇ ਆ, ਜਿਨ੍ਹਾਂ ਨੇ ਕੋਈ ਫਾਇਦੇ ਲੈਣੇ ਆ ਜਾ ਕੇ ਸਿਟੀ ਆਫ ਸਰੀ ਦੇ ਵਿੱਚ, ਉਹਨਾਂ ਦੇ ਕੰਮ ਹੁੰਦੇ ਹੁਣ ਵੀ ਇਦਾਂ ਹੀ ਹੋਈ ਜਾਣੇ ਆ। ਹਾਂਜੀ। ਤੇ ਉਹਨਾਂ ਨੂੰ ਫਾਇਦਾ ਹੁਣ ਉਹਨਾਂ ਨੇ ਵੋਟਾਂ ਪਾਉਣੀਆਂ ਹੈ ਜੀ। ਉਹਨਾਂ ਦਾ ਵੀ ਧੜਾ ਹੈਗਾ ਨਾ। ਹਾਂਜੀ। ਉਹ ਇਕੱਲੇ ਮੇਅਰ ਤੇ ਹੈ ਨਹੀਂ, ਉਹਨਾਂ ਦੇ ਨਾਲ 4-5 ਬੰਦੇ ਹੋਰ ਬੈਠੇ ਆ। ਹਾਂਜੀ, ਜਿਹੜੇ ਉਹਨਾਂ ਨੂੰ ਪਾਜੀ ਡੱਗ ਪਾਜੀ ਸੱਦਦੇ ਆ। ਡੱਗ ਭਾਜੀ ਬਹੁਤ ਆ। ਹਾਂਜੀ। ਡੱਗ ਭਾਜੀ ਨੂੰ ਤਾਂ ਕੋਟਕਪੂਰੇ ਲੈ ਗਏ ਹੁੰਦੇ ਸੀ। ਹਾਂਜੀ। ਹੁਣ ਨਹੀਂ ਗਏ, ਹੁਣ ਪੈਂਡੈਮਿਕ ਤੋਂ ਡਰ ਗਏ ਥੋੜੇ ਜਿਹਾ, ਨਹੀਂ ਤਾਂ ਉੱਥੇ ਜਾ ਕੇ ਦਾਰੂ ਪਰਾਉਣ ਲੱਗੇ ਹੁੰਦੇ ਸੀ। ਹਾਂਜੀ। ਤੇ ਇੱਥੇ ਬੈਠੇ ਜਿਹੜੇ ਫਾਇਦੇ ਲੈ ਰਹੇ ਆ, ਜਿਨ੍ਹਾਂ ਨੂੰ ਫਾਇਦੇ ਹੋਣੇ ਆ, ਇੱਕ ਖਾਸ ਤੌਰ ਤੇ ਸਾਡੀ ਕਮਿਊਨਿਟੀ ਦਾ ਬੰਦਾ ਬੈਠਾ ਉੱਥੇ ਮੇਅਰ ਬਣ ਕੇ। ਹਾਂਜੀ ਬਿਲਕੁਲ। ਤੇ ਉਹਨੂੰ ਜੇ ਵੋਟਾਂ 'ਚ ਖੜਾ ਹੋਵੇ ਤਾਂ ਉਹ ਕਦੇ ਨਾ ਜਿੱਤੇ। ਹਾਂਜੀ। ਕਿਉਂਕਿ ਜਿੱਦਾਂ ਕਹਿੰਦੇ ਹੁੰਦੇ ਨਾ, ਇੱਥੇ ਨਾ ਮੈਨੂੰ ਖੜਾ ਕਰੋ, ਇੱਥੇ ਲੋਕੀ ਮੈਨੂੰ ਜਾਣਦੇ ਆ। ਹਾਂਜੀ। ਅੱਗੇ ਕਹਿੰਦੇ ਹੁੰਦੇ ਸੀ ਕਿ ਫਲਾਨੀ ਜਗ੍ਹਾ ਤੋਂ ਮੈਨੂੰ ਟਿਕਟ ਦਿਓ ਵੀ ਉੱਥੇ ਲੋਕੀ ਮੈਨੂੰ ਜਾਣਦੇ ਆ। ਹਾਂਜੀ। ਹੁਣ ਉਹ ਕਹਿੰਦੇ ਲੀਡਰ ਨੂੰ ਜਾ ਕੇ, ਉੱਥੇ ਨਾ ਮੈਨੂੰ ਖੜਾ ਕਰੋਗੇ, ਉੱਥੇ ਲੋਕੀ ਮੈਨੂੰ ਜਾਣਦੇ ਆ। ਇਸ ਤਰ੍ਹਾਂ ਦਾ ਇਸ ਮਤਲਬ ਅਖਲਾਕੀ ਤੌਰ ਤੇ ਇਦਾਂ ਦਾ ਬੰਦਾ ਹੈ ਉਹ ਬੰਦਾ ਵਿਅਕਤੀ ਵਿਸ਼ੇਸ਼ ਜਿਹਦੀ ਤੁਸੀਂ ਗੱਲ ਕਰ ਰਹੇ ਹੋ। ਵੈਸੇ ਉਹਨੂੰ ਸਿਟੀ ਕਾਉਂਸਲ ਦੀ ਜਿਹੜੀ ਮੀਟਿੰਗ ਉਹਦੇ ਵਿੱਚ ਵੀ ਦੇਖਿਆ ਗਿਆ ਸੀ। ਉਹ ਬੈਠਾ ਹੁੰਦਾ ਉੱਥੇ। ਉਹ ਮੈਨੂੰ ਤਾਂ ਜਿਹੜੇ ਸਿਟੀ ਆਫ ਸਰੀ ਦੇ EMPLOYEES ਆ, ਕਈ ਹਾਈ ਰੈਂਕਿੰਗ ਆਫੀਸਰਸ ਆ, ਉਹ ਵੈਸੇ ਉਹ ਤੰਗ ਆ। ਉਹ ਕਹਿੰਦੇ ਕਿ ਉਹ ਬੰਦਾ ਸਾਨੂੰ ਇਦਾਂ ਹੁਕਮ ਕਰਦਾ ਜਿੱਦਾਂ ਥਾਣੇਦਾਰ ਹੁੰਦਾ। ਹਾਂਜੀ। ਵੀ ਤੂੰ ਕੌਣ ਹੈ ਭਾਈ, ਨਾ 9 ਚੋਂ ਨਾ 13 ਚੋਂ। ਜੀ। ਇਹ ਡੈਮੋਕ੍ਰੇਸੀ ਹੈ ਕੋਈ? ਉਠਾ ਕੇ ਉਹਨੂੰ ਬੰਦੇ ਨੂੰ ਬਿਠਾ ਲਿਆ ਜਿਹਨੂੰ ਕਮੀਜ਼ ਨਹੀਂ ਪਾਉਣੀ ਆਉਂਦੀ। ਨਹੀਂ ਕੋਈ ਚੁਣ ਕੇ ਚੱਲ ਜਵੇ ਕੋਈ, ਜਾਂ ਉਹਨੂੰ ਕੋਈ ਅਹੁਦਾ ਦੇ ਦੇਵੇ, ਮੇਅਰ ਦੇ ਦੇਵੇ ਵੀ ਮੇਰਾ ਇਹ ਐਡਵਾਈਜ਼ਰ ਹੈ, ਫੇਰ ਤਾਂ ਸਮਝ ਚ ਆਉਂਦਾ ਡਾਕਟਰ ਸਾਹਿਬ। ਪਰ ਤੁਸੀਂ ਇਹ ਦੇਖ ਲਓ ਕਿ ਬਿਨਾਂ ਹੀ ਕਿਸੇ ਅਹੁਦੇ ਤੋਂ ਬੰਦਾ ਆਪਣੀ ਚਲਾ ਰਿਹਾ। ਉਹ ਚਲਾ ਰਿਹਾ, ਪੈਸੇ ਖਾ ਰਿਹਾ ਉੱਥੋਂ ਜੀ, ਤੇ ਪੈਸੇ ਨਾਲ ਦੇ ਖਿਲਾ ਰਿਹਾ ਬੰਦਿਆਂ ਨੂੰ। ਹਾਂਜੀ। ਤੇ ਉਹਨਾਂ ਨੇ ਪੈਸੇ ਲਾਉਣੇ ਆ। ਆਸ ਇਹੀ ਆ ਉਹਨਾਂ ਨੂੰ ਦੋ ਗੱਲਾਂ ਤੇ, ਇੱਕ ਰੈਫਰੈਂਡਮ ਕਰਾਉਣ ਤੇ, ਤਾਂ ਦੂਸਰੇ ਇਹ ਆ ਕਿ ਵਿਰੋਧੀਆਂ ਦੀਆਂ ਵੋਟਾਂ ਜਿੱਦਾਂ ਪਿਛਲੀ ਵਾਰੀ ਵੰਡ ਹੋਈਆਂ ਸੀ, ਹਾਂਜੀ, ਇਦਾਂ ਹੀ ਐਤਕੀ ਵੰਡ ਹੋਣਗੀਆਂ। ਡਾਕਟਰ ਸਾਹਿਬ ਰੁੱਖ ਕਰਦੇ ਹਾਂ ਜੀ ਹੁਣ ਆਪਾਂ ਅਗਲੀ ਖਬਰ ਵੱਲ। ਤੇ ਯੂਕਰੇਨ ਦੇ ਵਿੱਚ ਕੈਨੇਡੀਅਨ ਆਰਮਡ ਵਹੀਕਲਸ ਜਿਹੜੇ ਹੈਗੇ ਆ ਭੇਜੇ ਗਏ ਆ, ਪਰੰਤੂ ਐਕਸਪਰਟਸ ਦਾ ਕਹਿਣਾ ਕਿ ਇਹ ਫਰੰਟ ਲਾਈਨ ਦੇ ਲਈ ਫਿੱਟ ਹੀ ਨਹੀਂ ਹੈਗੇ। ਕੀ ਕਹਿਣਾ ਚਾਹੋਗੇ ਤੁਸੀਂ? ਆਰਮਡ ਵਹੀਕਲਸ ਭੇਜੀਆਂ ਇਹਨਾਂ ਨੇ, ਜਿਹਦੇ ਵਿੱਚ ਪਰਸਨਲ ਵਹੀਕਲਸ ਜਿਹਨੂੰ ਕਿਹਾ ਜਾਂਦਾ, ਉਹ ਟੈਂਕਾਂ ਵਰਗੇ ਹੁੰਦੇ ਆ। ਉਹਨਾਂ ਦੇ ਬਸ ਇਹ ਆਰਟਿਲਰੀ ਨਹੀਂ ਹੁੰਦੀ ਉਹਨਾਂ ਦੇ ਕੋਲ, ਤੇ ਉਹ ਸੁਰੱਖਿਅਤ ਮੰਨੇ ਜਾਂਦੇ ਆ ਜੇ ਤੁਸੀਂ ਵਾਰ ਦੇ ਵਿੱਚ ਲੈਣੇ ਆ। ਪਰ ਉਹ ਜਿਹੜੇ ਸੈਨੇਟਰ ਕਲੌਜ਼ ਭੇਜੇ ਆ ਉਹਨਾਂ ਨੂੰ ਇਹਨਾਂ ਨੇ, ਉਹ ਵੈਸੇ ਬਣਾਏ ਆ ਪੁਲਿਸ ਲਈ ਲਾਅ ਐਂਡ ਆਰਡਰ ਸਿਚੁਏਸ਼ਨ ਦੇਖਣ ਲਈ, ਤੇ ਬਾਰਡਰ ਗਾਰਡ ਲਈ। ਤੇ ਹੁਣ ਉਹ ਸਵਾਲ ਕਰ ਰਹੇ ਜਿਹੜੇ ਮਿਲਟਰੀ ਇੰਟੈਲੀਜੈਂਸ ਵਾਲੇ ਆ ਕਿ ਇਹਨਾਂ ਦਾ ਉੱਥੇ ਵਾਰ ਦੇ ਵਿੱਚ ਕੀ ਕੰਮ ਹੈ। ਹਾਂਜੀ। ਜੇ ਤਾਂ ਤੁਸੀਂ ਇੱਥੇ ਸਰੀ ਦੇ ਵਿੱਚ ਲੈ ਕੇ ਫਿਰਨਾ ਤਾਂ ਠੀਕ ਹੈ, ਕਿਉਂਕਿ ਲੋਕਾਂ ਨੂੰ ਕੰਟਰੋਲ ਕਰਨ ਲਈ ਉਹ ਲੈ ਕੇ ਆਉਂਦੇ ਆ ਨਾ ਕਈ ਵਾਰੀ ਪੁਲਿਸ ਵਾਲੇ। ਹਾਂਜੀ। ਜਾਂ ਬਾਰਡਰ ਦੇ ਵਿੱਚ ਉਹਨਾਂ ਨੇ ਗਾਰਡ ਕਰਨਾ ਹੁੰਦਾ, ਬਾਰਡਰ ਗਾਰਡ ਕਰਨਾ ਹੁੰਦਾ। ਤੇ ਮੋਰਲੇ ਪਾਸੇ ਤਾਂ ਉਹਨਾਂ ਦੇ ਕੋਲ ਸੋਫਿਸਟੀਕੇਟਡ ICBMs ਪਈਆਂ ਜੀ, ਤੇ ਇਹਨਾਂ ਨੂੰ ਦਿੱਤੇ ਆ ਕੈਨੇਡਾ ਵਾਲਿਆਂ ਨੇ ਉਹ ਵੀ ਆਹ ਲੈ ਜਾਓ, ਇਹਨਾਂ ਨੂੰ ਸਾਈਕਲ ਹੀ ਦੇ ਦਿਓ ਤਾਂ ਯੂਕਰੇਨੀਅਨ ਆਰਮੀ ਨੂੰ। ਉਹਨਾਂ ਤੇ ਟਰੂਡੋ ਦੀ ਫੋਟੋ ਹੋਵੇ ਮੋਹਰੇ, ਤੇ ਦੇਖਣ ਵੀ ਇਹ ਸਾਈਕਲ ਦਿੱਤੇ ਕੈਨੇਡਾ ਵਾਲਿਆਂ ਨੇ, ਵੀ ਸਾਈਕਲ ਤੇ ਲੜਨ ਜਾਇਆ ਕਰੋ। ਜੀ ਬਿਲਕੁਲ ਡਾਕਟਰ ਸਾਹਿਬ, ਤੁਸੀਂ ਆਪ ਦੇਖੋ ਹੈ ਨਾ ਸੋਚ ਕੇ, ਜਿਵੇਂ ਹੁਣ ਕਈ ਐਕਸਪਰਟਸ ਵੀ ਕਹਿ ਰਹੇ ਹੈਗੇ ਆ ਇਹਨਾਂ ਨੇ ਜਿਹੜੇ ਆਰਮਡ ਵਹੀਕਲਸ ਭੇਜੇ ਕਿਸੇ ਕੰਮ ਦੇ ਨਹੀਂ ਹੈਗੇ, ਪਰ ਭੇਜ ਦਿੱਤੇ ਆ, ਨਿਊਜ਼ ਹੈਡਲਾਈਨ ਬਣ ਗਈ ਆ। ਉਹ ਕਹਿੰਦੇ ਕਿ ਇਹਨਾਂ ਨੇ ਇਹ ਕਹਿਣਾ ਹੁੰਦਾ ਨਾ ਅਸੀਂ ਇੰਨੇ ਪੈਸਿਆਂ ਦਾ ਸਮਾਨ ਭੇਜਿਆ। ਹਾਂਜੀ। ਉਹ ਪੈਸੇ ਪੂਰੇ ਕਰਦੇ ਵੀ ਅਸੀਂ ਇੰਨੇ ਦਾ ਇਹਨਾਂ ਨੂੰ ਸਮਾਨ ਭੇਜ ਦਿੱਤਾ। ਉਹ ਕੰਮ ਆਵੇ ਚਾਹੇ ਨਾ ਆਵੇ ਉਹਨਾਂ ਦੀ ਜੁਦੀ ਗੱਲ ਹੈ। ਉਹ ਚਲੋ ਫਿਊਚਰ ਦੇ ਵਿੱਚ ਉਹਨਾਂ ਨੇ ਵੀ ਪੁਲਿਸ ਲਈ ਵਰਤਣਾ ਹੀ ਹੋਣੇ ਸ਼ਾਇਦ। ਹਾਂਜੀ। ਪਰ ਇਸ ਵੇਲੇ ਉਹ ਕਿਸੇ ਕੰਮ ਦੇ ਨਹੀਂ। ਜੀ ਬਿਲਕੁਲ, ਇਸ ਵਕਤ ਤਾਂ ਇਹ ਉਹਨਾਂ ਦੇ ਕਿਸੇ ਕੰਮ ਦੇ ਨਹੀਂ ਹੈਗੇ। ਡਾਕਟਰ ਸਾਹਿਬ ਰੁੱਖ ਕਰਦੇ ਆ ਹੁਣ ਅਗਲੀ ਖਬਰ ਵੱਲ, ਜਿਸ ਦਾ ਸਬੰਧ ਹੈ ਕਿਊਬੈਕ ਦੇ ਨਾਲ।
ਕਿਊਬੈਕ ਅਦਾਲਤ ਦੇ ਜੱਜ ਨੇ ਪ੍ਰੋਵਿੰਸ ਦੇ ਭ੍ਰਿਸ਼ਟਾਚਾਰ ਵਿਰੋਧੀ ਯੂਨਿਟ ਦੇ ਸਾਬਕਾ ਮੁਖੀ ਨੂੰ ਮੀਡੀਆ ਨੂੰ ਇੱਕ ਹਾਈ ਪ੍ਰੋਫਾਈਲ ਫਰਾਡ ਦੇ ਨਾਲ ਸੰਬੰਧਿਤ ਜਿਹੜੇ ਡਾਕੂਮੈਂਟਸ ਹੈਗੇ ਆ ਉਹ ਲੀਕ ਕਰਨ ਦਾ ਦੋਸ਼ ਲਾਇਆ। ਦੇਖੋ, ਜਿਹੜਾ ਕ੍ਰਾਈਮ ਦੀ ਦੁਨੀਆ ਵਾਲੇ ਬੰਦੇ ਆ ਨਾ, ਉਹਨਾਂ ਦੀ ਪਹੁੰਚ ਬਹੁਤ ਦੂਰ ਤਾਈਂ ਜਾਂਦੀ ਹੈ ਜੀ। ਐਂਟੀ ਕਰਪਸ਼ਨ ਬਿਊਰੋ ਦੇ ਬੰਦੇ ਜਿਹੜੇ ਆ ਉਹ ਵੀ ਉਹਨਾਂ ਦੇ ਹੱਥ 'ਚ ਆ। ਹਾਂਜੀ ਜੋ ਕੁਝ ਕਰਦੇ ਆ, ਕਰਪਸ਼ਨ ਦੇ ਕੇਸ ਕਈ ਆ ਚੁੱਕੇ ਆ ਉੱਥੇ ਜੀ। ਇੱਕ ਨਹੀਂ, ਇੱਕ ਵਾਰੀ ਲਿਬਰਲ ਪਾਰਟੀ ਨੇ ਜਦੋਂ ਪੌਲ ਮਾਰਟਨ ਨੇ ਇਨਵੈਸਟੀਗੇਸ਼ਨ ਕਰਾਈ ਸੀ, ਉਦੋਂ ਪਤਾ ਲੱਗਾ ਸੀ ਜਿੱਦਾਂ ਇੰਡੀਆ ਦੇ ਵਿੱਚ ਅਸੀਂ ਕਹਿੰਦੇ ਕਿ ਨਹੀਂ ਇਹਨੇ ਲਿਫਾਫੇ ਦੇ ਵਿੱਚ ਪੈਸੇ ਪਾ ਕੇ ਦੇ ਗਿਆ, ਹਾਂਜੀ, ਇਦਾਂ ਉੱਥੇ ਵੀ ਲਿਫਾਫੇ ਦੇ ਵਿੱਚ ਪੈਸੇ ਪਾ ਕੇ ਦਿੰਦੇ ਸੀ। ਫਿਰ ਸਾਰੀ ਦੁਨੀਆ ਸਾਡੇ ਵੱਲ ਦੇਖਦੀ ਸੀ। 1976 ਦੇ ਵਿੱਚ ਉੱਥੇ ਮੌਂਟਰੀਅਲ ਦੇ ਵਿੱਚ ਸਮਰ 올림픽ਸ ਕਰਾਈਆਂ ਸੀ। ਹਾਂਜੀ, ਜਿਹੜਾ ਮੇਨ ਸਟੇਡੀਅਮ ਸੀ ਨਾ, ਵੱਡਾ ਜਿਹੜਾ ਸ਼ੋਕਾਸ ਕੀਤਾ ਇਹਨਾਂ, ਜਿੱਥੇ ਜ਼ਿਆਦਾ ਇਵੈਂਟ ਹੋਏ ਸੀ, ਉਹਦੇ 'ਚ ਇੰਨੀ ਜ਼ਿਆਦਾ ਕਰਪਸ਼ਨ, ਉਹ ਕਹਿੰਦੇ ਉਹਨੇ ਪੈਸੇ ਇਹਦੇ ਉੱਤੇ ਨਹੀਂ ਲੱਗੇ ਉਹਨੇ ਜਿੰਨੇ ਖਾ ਗਏ ਲੋਕੀ ਜੀ। ਤੇ ਉਹਦੀ ਅੱਜ ਤਾਈਂ ਇਨਵੈਸਟੀਗੇਸ਼ਨ ਚੱਲੀ ਜਾਂਦੀ ਹੈ। ਕਈ ਜੇਲ੍ਹ 'ਚ ਬੰਦੇ ਬੈਠੇ ਆ, ਕਈ ਬਾਹਰ ਬੈਠੇ ਆ। ਤੇ ਜਿਹੜੇ ਬੰਦੇ ਕ੍ਰਾਈਮ ਕਰਦੇ ਆ ਉਹਨਾਂ ਦੇ ਨਾਲ ਬਿਊਰੋਕਰੈਟਸ ਆ, ਉਹਨਾਂ ਦੇ ਨਾਲ ਪੋਲੀਟੀਸ਼ੀਅਨ ਵੀ ਰਲੇ ਆ, ਤੇ ਉਹ ਉਹਨਾਂ ਦੀ ਇਨਫੋਰਮੇਸ਼ਨ ਜਾਣ ਬੁੱਝ ਕੇ ਲੀਕ ਕਰ ਰਿਹਾ ਸੀ ਪ੍ਰੈਸ ਨੂੰ ਦੱਸਣ ਲਈ, ਕਿ ਤਾਂ ਕਿ ਇਹਨਾਂ ਦੀ ਇਨਵੈਸਟੀਗੇਸ਼ਨ ਪੂਰੀ ਨਾ ਹੋ ਸਕੇ। ਵੈਸੇ ਡਾਕਟਰ ਸਾਹਿਬ, ਆਪਾਂ ਪਿਛਲੇ ਕਿੰਨੇ ਦਿਨਾਂ ਦੇ ਵਿੱਚ ਲੀਕਡ ਡਾਕੂਮੈਂਟਸ ਦੀ ਗੱਲ ਕੀਤੀ ਹੈ। ਤੁਸੀਂ ਪਹਿਲਾਂ ਵੀ ਮੈਂਸ਼ਨ ਕੀਤਾ ਸੀ ਵੀ ਇਹ ਜਾਣ ਬੁੱਝ ਕੇ ਲੀਕ ਕੀਤੇ ਗਏ ਹੁੰਦੇ ਆ ਇੱਕ ਪੂਰੀ ਯੋਜਨਾ ਦੇ ਤਹਿਤ। ਲੀਕ ਦਾ ਮਤਲਬ ਕੀ ਹੈ? ਹੁਣ ਬੈਂਕਾਂ ਦੇ ਅੱਗੇ ਜਾਂ ਪੰਡੋਰਾ ਕਹਿੰਦੇ ਸੀ, ਪੰਡੋਰਾ ਪੇਪਰ ਜਿਹਨੂੰ ਕਹਿੰਦੇ, ਦੂਜੇ ਪੈਨਮਾ ਪੇਪਰ ਆਏ ਆ, ਸੱਚੀ ਵੀ ਕਈ ਲੀਕ ਹੋ ਜਾਂਦੇ ਨਾ। ਹਾਂਜੀ, ਦ ਪੈਂਟਾਗਨ ਪੇਪਰ ਲੀਕ ਹੋਏ ਸੀ ਜੀ। ਤਾਂ ਉਹ ਤਾਂ ਹੈਗੇ ਕੰਪਿਊਟਰ ਦੇ ਵਿੱਚੋਂ ਜਾ ਕਿਸੇ ਨੇ ਚੋਰੀ ਕਰ ਲਿਆ, ਕਿਸੇ ਨੇ ਸੌਫਟਵੇਅਰ ਹੈਕ ਕਰ ਲਿਆ ਜੀ, ਤੇ ਕਈ ਵਾਰੀ ਉਹ ਭੇਜਦੇ ਰਾਹ ਦੇ ਵਿੱਚ ਕੋਈ ਫੜ ਲੈਂਦਾ। ਹਾਂਜੀ, ਤੇ ਉਹ ਹੈਗੇ, ਉਹ ਖਤਰਨਾਕ ਵੀ ਆ ਵੈਸੇ ਉਹਨਾਂ ਲਈ, ਕਿਉਂਕਿ ਬੈਂਕ ਲਈ ਉਹਨਾਂ ਦੇ ਅਕਾਊਂਟ ਉਹਨਾਂ ਬੰਦਿਆਂ ਦੇ ਸੀ ਜਿਨ੍ਹਾਂ ਨੇ ਪੈਸਾ ਚੋਰੀ ਕੀਤਾ ਆਪਣੇ ਦੇਸ਼ਾਂ ਦੇ ਵਿੱਚੋਂ, ਤੇ ਉਹਨਾਂ ਨੇ ਅਕਾਊਂਟ ਖੁਲਾਏ ਬਾਹਰ। ਤੇ ਪਰ ਜਾਣ ਬੁੱਝ ਕੇ ਇੰਟੈਲੀਜੈਂਸ ਏਜੰਸੀਆਂ, ਬਿਊਰੋਕਰੈਟਸ, ਪੋਲੀਟੀਸ਼ੀਅਨ ਇਹ ਜਾਣ ਬੁੱਝ ਕੇ ਵੀ ਲੀਕ ਕਰਦੇ ਕਈ ਵਾਰੀ। ਹਾਂਜੀ, ਇਸ ਕਰਕੇ ਕਿ ਉਹਦਾ ਕੋਈ ਮੰਤਵ ਹੁੰਦਾ, ਕੋਈ ਨਾ ਕੁਝ ਅਚੀਵ ਕਰਨਾ ਚਾਹੁੰਦੇ ਉਹਦੇ ਤੇ। ਹਾਂਜੀ, ਪੂਰੀ ਸਾਜ਼ਿਸ਼ ਬਣਾਉਂਦੇ ਆ ਨਾ, ਇੱਕ ਯੋਜਨਾ ਦੇ ਤਹਿਤ ਹੀ ਸਾਰੇ ਕੰਮ ਨੂੰ ਅੰਜਾਮ ਦਿੱਤਾ ਜਾਂਦਾ ਤਾਂ ਕਿ ਉਹ ਬਿਲਕੁਲ ਸਹੀ ਰੀਅਲ 'ਚ ਲੱਗੇ ਕਿ ਸੱਚੀ ਮੁੱਚੀ ਇਹ ਡਾਕੂਮੈਂਟ ਲੀਕ ਹੋਇਆ। ਇੱਕ ਸੈਂਸੇਸ਼ਨ ਜੀ ਬਣਾ ਦਿੰਦੇ ਆ, ਕਿਉਂਕਿ ਫਿਰ ਮੀਡੀਆ ਵਾਲਿਆਂ ਨੇ ਤਾਂ ਹੈਡਲਾਈਨਸ ਅਗਲੇ ਦਿਨ ਬਣਾਉਣੀ ਹੁੰਦੀ ਆ। ਉਹਨਾਂ ਨੇ ਦੇਖਣਾ, ਉਹਨਾਂ ਤਾਂ ਹਰ ਮੀਡੀਆ ਵਾਲੇ ਤਾਂ ਲੱਭਦੇ ਫਿਰਦੇ ਨਾ ਸਟੋਰੀ ਜੀ। ਸਵੇਰ ਨੂੰ ਕੁਝ ਹੋਵੇ ਨਾ ਤਾਂ ਉਹਨਾਂ ਨੂੰ ਵੀ ਫਿਕਰ ਪੈ ਜਾਂਦਾ। ਹਾਂਜੀ, ਤਾਂ ਕੋਈ ਨਾ ਕੋਈ ਸਟੋਰੀ ਉਹ ਵੀ ਚਾਹੁੰਦੇ ਹੁੰਦੇ ਆ। ਇਹਨਾਂ ਦੇ ਕੋਲ ਦੇਖ ਲਓ, ਹਰੇਕ ਪੇਪਰ ਦੇ ਕੋਲ ਹੈਡਲਾਈਨ ਲਿਖਣ ਲਈ ਬੈਠੇ ਜੁਦੇ ਬੰਦੇ ਬੈਠੇ ਆ ਜੀ। ਉਹ ਜਿਹੜੀ ਪੱਤਰਕਾਰ ਦਿੰਦੇ ਉਹਨਾਂ ਨੂੰ ਰਿਪੋਰਟ, ਉਹ ਨਹੀਂ ਹੈਡਲਾਈਨ ਲਿਖਦੇ। ਹੈਡਲਾਈਨ ਉਹਨਾਂ ਦੇ ਅੰਦਰ ਵਾਲੇ ਲਿਖਣ ਵਾਲੇ ਆ, ਉਹ ਹੈਡਲਾਈਨ ਇਸ ਤਰ੍ਹਾਂ ਲਿਖਦੇ ਆ ਕਿ ਇੰਨੀ ਸੈਂਸੇਸ਼ਨਲ ਗੱਲ ਹੁੰਦੀ ਹੈ ਨਾ ਜੀ, ਤਾਂ ਜੇ ਤੁਸੀਂ ਬਾਕੀ ਦੀ ਵਿੱਚੋਂ ਪੜ੍ਹਦੇ ਤਾਂ ਉਹ ਕੱਖ ਨਹੀਂ ਹੁੰਦਾ ਜੀ। ਕਹਿੰਦੇ ਨੇ ਖੋਦਿਆ ਪਹਾੜ ਤਾਂ ਨਿਕਲਿਆ ਚੂਹਾ। ਹਾਂਜੀ, ਬਿਲਕੁਲ। ਬਹੁਤੀ ਵਾਰੀ ਇਹੀ ਹੁੰਦੀ ਹੈ। ਬਹੁਤੀ ਵਾਰੀ ਡਾਕਟਰ ਸਾਹਿਬ ਇਹ ਹੁੰਦਾ, ਦੇਖਣ ਦੇ ਵਿੱਚ ਆਉਂਦਾ ਅਕਸਰ ਹੀ, ਕਿ ਜਿਹੜੀ ਹੈਡਲਾਈਨ ਹੁੰਦੀ ਹੈ ਨਾ, ਜਿਹੜੀ ਇਨਫੋਰਮੇਸ਼ਨ ਉਹਨਾਂ ਨੇ, ਉਹਦੇ ਬੰਦਾ ਸੋਚਦਾ ਕਿ ਇੱਕ ਕੋਈ ਬਹੁਤ ਵੱਡਾ ਖੁਲਾਸਾ ਹੋਇਆ, ਅਹਿਮ ਖੁਲਾਸਾ ਹੋਇਆ, ਤੇ ਜਦੋਂ ਆਪਾਂ ਖਬਰ ਪੜ੍ਹਦੇ ਹਾਂ, ਜਿਹੜੀ ਚੀਜ਼ ਦਾ ਉਹਨਾਂ ਨੇ ਉੱਪਰ ਜ਼ਿਕਰ ਕੀਤਾ ਹੁੰਦਾ ਖਬਰ ਦੇ ਵਿੱਚ, ਉਹ ਚੀਜ਼ ਦਾ ਕਿਤੇ ਮੈਂਸ਼ਨ ਹੀ ਨਹੀਂ ਹੁੰਦਾ। ਸਿਰਫ ਅੱਜ ਕੱਲ ਤਾਂ ਵਿਊਜ਼ ਲੈਣ ਦੇ ਲਈ ਆਪਾਂ ਦੇਖਦੇ ਹਾਂ। ਖਾਸ ਕਰਕੇ ਜੇ ਆਪਾਂ ਨਿਗਾਹ ਮਾਰਦੇ ਆ, ਪੰਜਾਬ ਦੇ ਕਈ ਇਹੋ ਜਿਹੇ ਚੈਨਲ ਹੈਗੇ ਆ, ਇੱਥੇ ਵੀ ਹੈਗੇ ਆ ਵੈਸੇ ਤਾਂ, ਆਪਣੇ ਜਿਹੜੇ ਹੈਗੇ ਪੰਜਾਬੀ, ਉਹਨਾਂ ਨੇ ਨਾ ਖਬਰਾਂ ਦੀਆਂ ਹੈਡਲਾਈਨਸ ਹੀ ਇਹੋ ਜਿਹੀਆਂ ਦਿੱਤੀਆਂ ਹੁੰਦੀਆਂ ਨੇ ਕਿ ਬੰਦਾ ਕਲਿੱਕ ਕਰੇ ਬਗੈਰ ਰਹਿੰਦਾ ਨਹੀਂ। ਬੰਦਾ ਸੋਚਦਾ ਕਿ ਨਹੀਂ, ਕਲਿੱਕ ਕਰਨਾ ਜ਼ਰੂਰੀ ਆ, ਵੀ ਇਹਦੇ ਵਿੱਚ ਪਤਾ ਨਹੀਂ ਇੰਨੀ ਵੱਡੀ ਕਿਹੜੀ ਇਨਫੋਰਮੇਸ਼ਨ ਹੈਗੀ ਆ। ਉਹਨਾਂ ਨੇ ਵੱਡੀ ਖਬਰ ਜ਼ਰੂਰ ਕਹਿੰਦੇ, ਵੱਡੀ ਖਬਰ, ਵੱਡਾ ਖੁਲਾਸਾ। ਤੇ ਉਹਦੇ ਵਿੱਚੋਂ ਕੁਝ ਨਹੀਂ ਹੁੰਦਾ। ਯੂਪੀ 'ਚ ਮੈਂ ਬੈਠਾ ਸੀ ਇੱਕ ਜਗ੍ਹਾ ਤੇ, ਉਹਨੇ ਕੋਈ ਯੂਪੀ ਦਾ ਚੈਨਲ ਸੀ, ਕੋਈ ਹਿੰਦੀ ਦਾ ਚੈਨਲ। ਹਾਂਜੀ। ਤੇ ਇੱਕ ਜਗ੍ਹਾ ਤੇ ਉਹ ਮੁੜ ਕੇ ਕਹਿਣ ਕਿ ਉਹ ਜਿਹੜੀ ਕੀ ਕਹਿੰਦੇ ਹੁੰਦੇ, ਬ੍ਰੇਕਿੰਗ ਨਿਊਜ਼ ਨੂੰ ਕੀ ਕਹਿੰਦੇ ਹੁੰਦੇ, ਬ੍ਰੇਕਿੰਗ ਨਿਊਜ਼ ਦਿੰਦੇ ਆ ਉਹ। ਹਾਂਜੀ, ਬ੍ਰੇਕਿੰਗ ਨਿਊਜ਼ ਹੀ ਕਹਿੰਦੇ ਆ ਵੈਸੇ। ਤੇ ਉਹਨੂੰ ਹਿੰਦੀ ਦੇ ਵਿੱਚ ਕੁਝ ਕਹਿੰਦੇ ਆ। ਅੱਛਾ। ਤੇ ਅੱਜ ਕੀ ਤਾਜ਼ਾ ਖਬਰ, ਅੱਜ ਕੀ ਤਾਜ਼ਾ ਖਬਰ। ਮੈਂ ਕਿਹਾ ਫਿਰ ਖਰਿਆ ਕੀ ਹੋਣ ਲੱਗਾ, ਨਖਲਊ ਬੈਠੇ ਸੀ ਅਸੀਂ। ਹਾਂਜੀ। ਤੇ ਉਹ ਤਾਜ਼ਾ ਖਬਰ ਸੀ ਕਿ ਇੱਕ ਪਿੰਡ ਦੇ ਵਿੱਚੋਂ ਮੁੰਡਾ ਤੇ ਕੁੜੀ ਨੱਠ ਗਏ।
ਇਹ ਦੱਸੋ ਕਿਹੜੀ ਖਬਰ ਹੈ? ਜੀ ਉਹ ਉੱਥੇ ਸਾਰੇ ਪਿੰਡ ਦੇ ਵਿੱਚ ਉਹ ਸੈਟਲਾਈਟ ਲੈ ਕੇ ਬੈਠੇ ਆ, ਲੜਕੀ ਯਹਾਂ ਸੇ ਭਾਗੀ, ਯਹਾਂ ਸੇ ਲੜਕਾ ਭਾਗ ਗਿਆ। ਬਾਅਦ ਦੇ ਵਿੱਚ ਪਤਾ ਲੱਗਾ ਨਹੀਂ ਉਹ ਤਾਂ ਕਹਿੰਦੇ ਭੈਣ ਭਰਾ ਸੀ, ਉਹ ਗਏ ਸ਼ਹਿਰ ਨੂੰ ਗਏ ਸੀ। ਹਾਂਜੀ, ਉਹੀ ਨਾ ਕਿ ਸੈਂਸੇਸ਼ਨ ਪੈਦਾ ਕਰਨ ਦੇ ਚੱਕਰ ਦੇ ਵਿੱਚ ਉਹ ਨਿਊਜ਼ ਨੂੰ ਪ੍ਰੋਪਰ ਇਨਵੈਸਟੀਗੇਟ ਵੀ ਨਹੀਂ ਕਰਦੇ। ਜਿਨ੍ਹਾਂ ਨੇ ਇਨਵੈਸਟੀਗੇਸ਼ਨ ਕੀਤੀ ਉਹਨਾਂ ਨੇ ਜਾ ਕੇ ਦੱਸਿਆ, ਉਹ ਕਹਿੰਦੇ ਇੱਕ ਹੀ ਫੈਮਿਲੀ ਦੇ ਉਹ ਬੰਦੇ ਤਾਂ ਸ਼ਹਿਰ ਨੂੰ ਗਏ ਆ, ਤਾਂ ਤੁਸੀਂ ਰੌਲਾ ਪਾਇਆ ਕਿ ਉਹ ਭਾਗ ਗਏ। ਤੇ ਨਾਲੇ ਵੈਸੇ ਤਾਜ਼ਾ ਖਬਰ ਤਾਂ ਵੱਡੀ ਖਬਰ ਕੀ ਆ? ਹਾਂਜੀ, ਸੁਣੀ ਸੁਣਾਈ ਗੱਲ ਤੋਂ ਉਹਨਾਂ ਨੇ ਖਬਰ ਬਣਾ ਲਈ ਆ ਕਿ ਤਾਜ਼ਾ ਖਬਰ। ਫਿਰ ਉਹ ਖਬਰ ਡਾਕਟਰ ਸਾਹਿਬ ਦਿੰਦੇ ਵੀ ਆਏ ਹੁੰਦੇ ਆ ਕਿ ਸਭ ਤੋਂ ਪਹਿਲਾਂ ਸਾਨੂੰ ਹੁਣੇ ਆਹ ਜਾਣਕਾਰੀ ਮਿਲੀ ਹੈ, ਸਭ ਤੋਂ ਪਹਿਲਾਂ ਇੱਥੇ ਖੜੇ ਸੀ, ਇੱਥੇ ਬੈਠੇ ਸੀ, ਫਿਰ ਇੱਧਰਲੀ ਡਾਇਰੈਕਸ਼ਨ 'ਚ ਮੂਵ ਕੀਤਾ ਸੀ। ਇਹ ਸਾਰਾ ਕੁਝ ਆਪਾਂ ਦੇਖ ਰਹੇ ਹਾਂ ਆਮ ਤੌਰ ਤੇ। ਡਾਕਟਰ ਸਾਹਿਬ, ਜਿਸ ਤਰ੍ਹਾਂ ਅਸੀਂ ਇਹ ਸੁਨੇਹਾ ਤੋਂ ਪਹਿਲਾਂ ਕਿਹਾ ਸੀ ਕਿ ਅਸੀਂ ਬਹੁਤ ਵੱਡਾ ਖੁਲਾਸਾ ਕਰਨ ਜਾ ਰਹੇ ਹਾਂ, ਬਿਲਕੁਲ ਹੁਣ ਖੁਲਾਸਾ ਤਾਂ ਤੁਸੀਂ ਕਰੋਗੇ। ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਆ ਵੀ ਉਹ ਖੁਲਾਸਾ ਹੈ ਕੀ? ਕਹਿੰਦੇ ਆ ਕਿ ਜਿਹੜੇ ਜੋ ਬਾਈਡਨ ਹੈਗੇ ਆ ਆਪਣੇ ਸਟਾਫ ਦੇ ਨਾਲ ਕਾਫੀ ਜ਼ਿਆਦਾ ਗੁੱਸੇ ਨੇ। ਉਹ ਕਹਿੰਦੇ ਆ ਕਿ ਜਿਹੜੀ ਉਹਨਾਂ ਦੇ ਸਟਾਫ ਦੇ ਵੱਲੋਂ ਇਹ ਕਲੀਨ ਅਪ ਕੰਪੇਨਿੰਗ ਜੀ ਕੀਤੀ ਜਾਂਦੀ ਹੈ, ਐਕਸਪਲੇਨੇਸ਼ਨ ਦਿੱਤੀ ਜਾਂਦੀ ਹੈ ਉਹਨਾਂ ਦੇ ਹਰ ਬਿਆਨ ਤੋਂ ਬਾਅਦ, ਉਹਦੇ ਤੋਂ ਉਹ ਤੰਗ ਨੇ। ਉਹ ਕਹਿੰਦੇ ਆ ਕਿ ਫਿਰ ਜਿਹੜਾ ਉਹਨਾਂ ਦਾ ਅਕਸ ਹੈਗਾ ਨਾ ਉਹ ਬਹੁਤ ਖਰਾਬ ਹੋ ਰਿਹਾ। ਰਿਪਬਲਿਕਨਸ ਵੀ ਇਹੀ ਸੋਚਦੇ ਨੇ ਕਿ ਉਹ ਤਾਂ ਕੁਛ ਕਰ ਹੀ ਨਹੀਂ ਸਕਦੇ। ਦੇਖੋ, ਜੇ ਤੁਸੀਂ ਆਮ ਬੰਦਾ ਇੱਥੇ ਤੁਰਿਆ ਜਾਂਦਾ ਖਜੂਰਾਂ ਖਾਂਦਾ, ਉਹ ਕੁਛ ਕਹਿ ਦੇਵੇ, ਉਹਦੀ ਕੋਈ ਦੁਨੀਆ ਨੋਟਿਸ ਨਹੀਂ ਕਰਦੀ ਨਾ। ਹਾਂਜੀ, ਉਹ ਕੀ ਕਰਦਾ? ਨੋਟਿਸ ਅਸੀਂ ਭਾਵੇਂ ਕਰ ਸਕਦੇ ਹਾਂ, ਇੱਥੋਂ ਦੇਖਦੇ ਹਾਂ ਬਾਹਰ ਨੂੰ। ਹਾਂਜੀ, ਜੇ ਇੱਕ ਸਾਡੇ ਦੇਸ਼ ਦਾ ਪ੍ਰਾਈਮ ਮਿਨਿਸਟਰ ਜਾਂ ਪ੍ਰੈਜ਼ੀਡੈਂਟ ਇਹ ਗੱਲ ਕਵੇ, ਕੋਈ ਵੀ ਗੱਲ ਕਵੇ, ਉਹਦੇ ਕਹੇ ਤੇ ਤਾਂ ਕਈ ਵਾਰੀ ਮਾਰਕੀਟ ਕ੍ਰੈਸ਼ ਹੋ ਜਾਂਦੀ ਹੈ। ਹਾਂਜੀ, ਬਿਲਕੁਲ, ਕਿਉਂਕਿ ਉਹਦੇ ਹੱਥ 'ਚ ਤਾਂ ਬਹੁਤ ਕੁਛ ਹੈ ਨਾ। ਸੋ ਇਸ ਕਰਕੇ ਜਿਹੜੀ ਵੀ ਗੱਲ ਕਰਦੇ, ਜਿੱਦਾਂ ਮਿਸਾਲ ਦੇ ਤੌਰ ਤੇ ਉਹਨਾਂ ਨੇ ਕਿਹਾ ਪਿਊਟਨ ਨੂੰ ਮਾਰ ਦਿਓ। ਹਾਂਜੀ, ਅੱਛਾ, ਹੁਣ ਇਕੱਲੇ ਰਸ਼ੀਆ ਦੇ ਵਿੱਚ ਹੀ ਨਹੀਂ ਇਹ ਪ੍ਰੋਬਲਮ, ਦੁਨੀਆ ਭਰ ਦੇ ਜਿਹੜੇ ਦੇਸ਼ ਆ ਉਹ ਸੁਣਦੇ ਹੋਣੇ ਆ ਵੀ ਜੇ ਪਿਊਟਨ ਨੂੰ ਮਰਾ ਸਕਦਾ ਸਾਨੂੰ ਵੀ ਮਰਾ ਸਕਦਾ। ਬਹੁਤ ਵੱਡੀ ਸਟੇਟਮੈਂਟ ਹੈ ਇੱਕ ਰਾਸ਼ਟਰਪਤੀ ਦੇ। ਇੱਕ ਰਾਸ਼ਟਰਪਤੀ ਨੂੰ ਇਹ ਕਹਿਣਾ ਕਿ ਦੇਖੋ, ਅੰਤਰਰਾਸ਼ਟਰੀ ਕਾਨੂੰਨ ਇਹ ਕਹਿੰਦਾ ਕਿ ਤੁਸੀਂ ਕਿਸੇ ਦੇਸ਼ ਦੇ ਪ੍ਰੈਜ਼ੀਡੈਂਟ ਨੂੰ ਮਰਵਾ ਨਹੀਂ ਸਕਦੇ। ਹਾਂਜੀ, ਇਹ ਉਹਨਾਂ ਦੇ ਆਪਣਾ ਮਾਮਲਾ ਆ, ਉਹਨਾਂ ਨੇ ਸ਼ਾਇਦ ਕਾਨੂੰਨੀ ਤੌਰ ਤੇ ਕੁਝ ਕਰਨਾ ਹੋਵੇ, ਜੁਦੀ ਗੱਲ ਹੈ, ਪਰ ਤੁਸੀਂ ਕਿਸੇ ਵੀ ਦੇਸ਼ ਦੇ ਹੈੱਡ ਆਫ ਸਟੇਟ ਨੂੰ ਮਰਵਾ ਨਹੀਂ ਸਕਦੇ। ਹਾਂਜੀ, ਇਹ ਇਲੀਗਲ ਗੱਲ ਹੈ ਜੀ। ਹੁਣ ਸਾਰੇ ਦੇਸ਼ਾਂ ਨੇ ਜਿਹੜੇ ਖਾਸ ਤੌਰ ਤੇ ਯੂਐਸ ਨਾਲ ਨਹੀਂ ਸੰਬੰਧਿਤ ਹੋਣੇ ਜਾਂ ਇਹਨਾਂ ਨਾਲ ਸਹਿਮਤ ਨਹੀਂ ਆ, ਉਹਨਾਂ ਨੇ ਤਲਬ ਕੀਤੇ ਹੋਣੇ ਅੰਬੈਸਡਰ। ਉਹ ਕਹਿੰਦੇ ਭਾਈ ਆਹ ਤੁਹਾਡਾ ਪ੍ਰੈਜ਼ੀਡੈਂਟ ਕੀ ਕਹਿਣ ਡਿਆ। ਹਾਂਜੀ, ਰਸ਼ੀਆ ਵਾਲਿਆਂ ਨੇ ਵੀ ਤਲਬ ਕੀਤਾ ਹੋਣਾ। ਹੁਣ ਅੰਬੈਸਡਰ ਜਾ ਕੇ ਕੀ ਕਵੇ ਕਿ ਉਹਨੇ ਸਪਾਰੀ ਦੇਣੀ ਹੈ ਕਿਸੇ ਨੂੰ? ਉਹਨਾਂ ਨੂੰ ਤਾਂ ਵਿਚਾਰਿਆਂ ਨੂੰ ਸਫਾਈ ਦੇਣੀ ਪੈਣੀ ਆ। ਹੁਣ ਇਹ ਇਕੱਲੇ ਰਾਸ਼ਟਰਪਤੀ ਬਾਈਡਨ ਦੀ ਗੱਲ ਨਹੀਂ ਹੈ, ਜਿਹੜੇ ਵੀ ਪ੍ਰਾਈਮ ਮਿਨਿਸਟਰਸ, ਰਾਸ਼ਟਰਪਤੀ, ਇਹ ਕਈ ਵਾਰੀ ਇਧਰਲੀ ਉਧਰ ਦੀ ਗੱਲ ਕਰਦੇ ਆ ਤਾਂ ਦੂਸਰਿਆਂ ਨੂੰ ਫਿਰ ਉਹਦੀ ਕਲੈਰੀਫਿਕੇਸ਼ਨ ਦੇਣੀ ਪੈਂਦੀ ਹੈ, ਡੈਮੇਜ ਕੰਟਰੋਲ ਕਰਨਾ ਪੈਂਦਾ। ਉਹ ਫਿਰ ਕਹਿਣਗੇ ਜੀ ਦੇਖੋ ਮੀਡੀਆ ਨੇ ਤੋੜ ਮਰੋੜ ਕੇ ਗੱਲ ਕਰਤੀ ਆ, ਉਹਨਾਂ ਨੇ ਪਹਿਲੀ ਗੱਲ ਸੁਣੀ ਹੀ ਨਹੀਂ, ਪਹਿਲਾਂ ਉਹਨਾਂ ਨੇ ਹੋਰ ਕਿਹਾ ਸੀ, ਆਹ ਹੋਰ ਕਿਹਾ ਸੀ, ਨਾਲੇ ਉਹਨਾਂ ਦਾ ਸੰਦਰਭ ਹੋਰ ਸੀ, ਉਹਨਾਂ ਦਾ ਕਹਿਣ ਦਾ ਮਤਲਬ ਇਹ ਨਹੀਂ ਸੀ। ਇਹ ਗੱਲਾਂ ਤੁਸੀਂ ਆਮ ਹੀ ਸੁਣਦੇ। ਹਾਂਜੀ, ਸਾਡਾ ਮਤਲਬ ਇਹ ਨਹੀਂ ਸੀ ਕਹਿਣ ਦਾ। ਤੇ ਉਹ ਕਰਨ ਦੀਆਂ ਜਿਹੜੀਆਂ ਉਹਨਾਂ ਨੂੰ ਕਰਨੀਆਂ ਹੀ ਪੈਂਦੀਆਂ ਜਦੋਂ ਤੁਸੀਂ ਮਿਸ ਸਪੀਕ ਕਰਦੇ ਆ। ਤੇ ਜੋ ਬਾਈਡਨ ਕੁਝ ਜ਼ਿਆਦਾ ਹੀ ਕਰਦੇ ਆ ਜੀ। ਇਹ ਚੀਨ ਨੇ ਜੀ ਅਸੀਂ ਉੱਥੇ ਤਾਇਵਾਨ 'ਚ ਫੌਜਾਂ ਭੇਜ ਦਿਆਂਗੇ, ਉਹਨਾਂ ਨੂੰ ਮਰਾ ਦਿਆਂਗੇ, ਉਹਨਾਂ ਨੇ ਜੈਨੋਸਾਈਡ ਕਰਤਾ, ਫਲਾਨਾ ਕਰਤਾ। ਇਹ ਗੱਲਾਂ ਜਿਹੜੀਆਂ ਨਾਰਮਲ ਬੰਦਾ ਨਹੀਂ ਕਰ ਸਕਦਾ ਇੱਦਾਂ ਜੀ। ਇਹ ਜਦੋਂ ਵੀ ਉਹਨੂੰ ਕਹਿੰਦੇ ਕਿ ਸਪੀਚ ਪੜ੍ਹਦੇ ਜਿਹੜੀ ਲਿਖ ਕੇ ਦਿੱਤੀ ਹੁੰਦੀ ਹੈ ਉਹ ਉਹਨਾਂ 'ਚ ਤਾਂ ਠੀਕ ਹੁੰਦੇ, ਜਦੋਂ ਜੇ ਇੱਕ ਸ਼ਬਦ ਵੀ ਆਪਣੇ ਮੂੰਹ 'ਚੋਂ ਬੋਲ ਦਿੰਦੇ ਉਹਨਾਂ ਹੀ ਕੋਈ ਰੌਲਾ ਪੈ ਜਾਂਦਾ, ਉੱਥੇ ਪ੍ਰੋਬਲਮ ਖੜੀ ਹੋ ਜਾਂਦੀ ਹੈ ਤੇ ਫਿਰ ਵਾਈਟ ਹਾਊਸ ਨੂੰ ਸਫਾਈ ਦੇਣੀ ਪੈਂਦੀ ਹੈ। ਫਿਰ ਸਾਰੇ ਕਰਮਚਾਰੀ ਦੇਖਦੇ ਆ ਤਾਂ ਠਾਂ ਉੱਠ ਕੇ ਵੀ ਆਹ ਕੀ ਬਣਾਤੀ ਇਹਨੇ ਗੱਲ। ਹਾਂਜੀ, ਤੇ ਸਫਾਈ ਤਾਂ ਉਹਨਾਂ ਨੂੰ ਦੇਣੀ ਪੈਂਦੀ ਨਾ, ਸਿਵਲ ਸਰਵੈਂਟਸ ਨੂੰ ਜੀ। ਤੇ ਹੁਣ ਉਹ ਜੋ ਬਾਈਡਨ ਇਸ ਗੱਲ ਤੇ ਔਖੇ ਆ ਕਿ ਇਹ ਸਫਾਈ ਦੇਣ ਲੱਗੇ ਮੇਰਾ ਅਕਸ ਖਰਾਬ ਕਰਦੇ ਆ। ਹਾਂਜੀ, ਹਮੇਸ਼ਾ ਇਹ ਕਹਿੰਦੇ, ਉਹ ਫਿਰ ਅਕਸ ਇਹ ਬਣ ਜਾਂਦਾ ਕਿ ਇਸ ਬੰਦੇ ਨੂੰ ਕੁਝ ਪਤਾ ਹੀ ਨਹੀਂ। ਹਾਂਜੀ, ਇਹੀ ਤਾਂ ਰਿਪਬਲਿਕਨ ਕਹਿੰਦੇ ਇਹਨੂੰ ਡਿਮੈਂਸ਼ੀਆ ਹੋਇਆ, ਇਹਨੂੰ ਕੁਝ ਨਹੀਂ ਪਤਾ ਲੱਗਦਾ, ਵੈਸੇ ਹੀ ਬੋਲੀ ਜਾਂਦਾ, ਇਹਨੂੰ ਕੁਝ ਨਹੀਂ ਸਮਝ ਆਉਂਦੀ।
ਕੁਝ ਲੋਕਾਂ ਨੇ ਜਿਵੇਂ ਕਿਹਾ ਸੀ ਪਹਿਲਾਂ ਕਿ ਸਠਿਆਏ ਹੋਏ ਆ ਤਾਂ ਹੀ ਕਰਕੇ ਇਹੋ ਜਿਹੀਆਂ ਸਟੇਟਮੈਂਟਸ ਦੇ ਦਿੰਦੇ ਆ ਵੀ ਜਿਨ੍ਹਾਂ ਬਾਰੇ ਇਹਨਾਂ ਨੂੰ ਖੁਦ ਨਹੀਂ ਪਤਾ ਹੁੰਦਾ ਕਿ ਜਿਹੜਾ ਸ਼ਬਦ ਬੋਲ ਰਹੇ ਆ ਵੀ ਉਹ ਸਹੀ ਵੀ ਆ ਕਿ ਨਹੀਂ। ਹੁਣ ਜਿਹੜੇ ਬਿਊਰੋਕਰੈਟਸ ਆ ਉਹ ਤਾਂ ਆਪਣੀ ਜਗ੍ਹਾ ਤੇ ਠੀਕ ਹੈ, ਉਹ ਕਹਿੰਦੇ ਅਸੀਂ ਨਹੀਂ ਐਕਸਪਲੇਨੇਸ਼ਨ ਦੇਵਾਂਗੇ ਤਾਂ ਫਿਰ ਸਾਡੇ ਨਾਲ ਦੁਨੀਆ ਬੋਲਣੋਂ ਹਟ ਜਾਊਗੀ ਸਾਰੀ ਜੀ। ਜੇ ਅਸੀਂ ਐਕਸਪਲੇਨੇਸ਼ਨ ਦਿੰਨੇ ਆ ਤਾਂ ਸਾਡਾ ਪ੍ਰੈਜ਼ੀਡੈਂਟ ਗੁੱਸੇ ਹੋ ਜਾਂਦਾ, ਹਾਂਜੀ ਮੇਰਾ ਅਕਸ ਖਰਾਬ ਹੁੰਦਾ। ਜੇ ਅਕਸ ਦਾ ਹੀ ਜ਼ਿਆਦਾ ਫਿਕਰ ਆ ਤਾਂ ਨਾ ਬੋਲਿਆ ਕਰ ਜੀ। ਬੋਲੋ ਨਾ ਬੋਲੋ, ਤੁਸੀਂ ਜਿਹੜੀ ਚੀਜ਼ ਉਹ ਲਿਖ ਕੇ ਦਿੰਦੇ ਉਨੀ ਪੜ੍ਹ ਦਿਓ ਬਸ ਜੀ, ਆਪਣੇ ਕੋਲੋਂ ਨਾ ਬੋਲੋ ਕੁਝ। ਹਾਂਜੀ ਨਾਰਮਲੀ ਇਦਾਂ ਹੀ ਕਰਦੇ ਵੈਸੇ ਜਿਹੜੇ ਵੀ ਮਿਨਿਸਟਰ ਹੈਗੇ ਆ ਜਾਂ ਹੈੱਡ ਆਫ ਦੀ ਸਟੇਟ ਹੈਗੇ, ਹੈੱਡ ਆਫ ਦੀ ਗਵਰਨਮੈਂਟ ਆ, ਉਹ ਉਨੀ ਪੜ੍ਹਦੇ ਤਾਂ ਹੀ ਪੜ੍ਹਦੇ ਆ ਕਿ ਇਹ ਇਦੋਂ ਬਾਅਦ ਗੱਲ ਨਾ ਕਰ ਜਾਵੇ ਕੋਈ। ਹਾਂਜੀ ਇਹ ਇੱਕ ਦੇਸ਼ ਦੀ ਨਹੀਂ ਗੱਲ ਹੈ, ਸਾਰਿਆਂ ਦੇਸ਼ਾਂ ਦੀ ਇਹ ਗੱਲ ਹੈ ਜੀ। ਤੇ ਜੇ ਤੁਸੀਂ ਬੋਲਣਾ ਹੀ ਆਪਣੇ ਕੋਲੋਂ ਫਿਰ ਉਹ ਤੋਲ ਕੇ ਬੋਲੋ ਜੀ, ਜਿਵੇਂ ਕਹਿੰਦੇ ਕਿ ਪਹਿਲਾਂ ਤੋਲੋ ਫਿਰ ਬੋਲੋ। ਤੇ ਇਹਨਾਂ ਨੂੰ ਜਿਹੜੀ ਆਦਤ ਪਈ ਹੈ ਖਰਿਆ ਉਹਨਾਂ ਨੂੰ ਯਾਦ ਹੀ ਨਹੀਂ ਰਹਿੰਦਾ। ਬਾਕੀ ਗੱਲ ਠੀਕ ਹੈ ਕਿ ਉਦਾਂ ਹੀ ਬੋਲ ਦਿੰਦੇ ਹੋ। ਜੀ ਡਾਕਟਰ ਸਾਹਿਬ ਬਿਲਕੁਲ ਤੁਸੀਂ ਕਿਹਾ ਸਹੀ। ਤੇ ਹੁਣ ਵੈਸੇ ਉਹ ਗੁੱਸਾ ਉਦਾਂ ਹੀ ਦਿਖਾ ਰਹੇ ਆ, ਉਹਨਾਂ ਤੇ ਦਿਖਾ ਰਹੇ ਆ ਉਹੀ ਐਡਵਾਈਜ਼ਰਸ ਤੇ ਜਿਹੜੇ ਉਹਨਾਂ ਦਾ ਅਕਸ ਬਚਾਉਂਦੇ ਆ, ਪਰ ਇਹਨਾਂ ਨੂੰ ਲੱਗਦਾ ਕਿ ਇਹਨਾਂ ਦਾ ਅਕਸ ਉਹ ਖਰਾਬ ਕਰਦੇ ਆ। ਡਾਕਟਰ ਸਾਹਿਬ ਰੁਕ ਕਰਦੇ ਆ ਜੀ ਅਗਲੀ ਖਬਰ ਵੱਲ। ਰਸ਼ੀਆ ਤੇ ਚਾਈਨਾ ਲਗਾਤਾਰ US ਡਾਲਰ ਨੂੰ ਮਿਊਚੁਅਲ ਟ੍ਰੇਡ ਤੋਂ ਖਤਮ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ। ਰੂਬਲ ਤੇ ਯੁਆਨ ਦਾ ਜਿਹੜਾ ਹੈਗਾ ਵਪਾਰ 1000% ਤੋਂ ਵੀ ਜ਼ਿਆਦਾ ਵੱਧ ਗਿਆ। ਕੀ ਕਹਿਣਾ ਚਾਹੋਗੇ ਇਸ ਰਿਪੋਰਟ ਤੇ? ਇਹਦੇ ਵਿੱਚ ਜਿਹੜੇ US ਦੇ ਮਲਟੀਨੈਸ਼ਨਲ ਕਾਰਪੋਰੇਸ਼ਨ ਦੇ ਕਈ ਇਕਨੋਮਿਸਟ ਸੀ, ਉਹਨਾਂ ਨੇ ਪਹਿਲਾਂ ਕਿਹਾ ਸੀ ਕਿ ਜਿਹੜੇ ਸੈਂਕਸ਼ਨ ਲਾ ਰਹੇ ਹਾਂ ਅਸੀਂ ਰਸ਼ੀਆ ਤੇ ਨਾ, ਖਾਸ ਤੌਰ ਤੇ ਬੈਂਕਿੰਗ ਸੈਕਟਰ ਦੇ ਉੱਤੇ, ਹਾਂਜੀ, ਉਹਦਾ ਸਾਨੂੰ ਆਪਣੇ ਨੁਕਸਾਨ ਹੋਣਾ। ਇੱਕ ਤਾਂ ਜਿਹੜੀ US ਦੇ ਡਾਲਰ ਦੀ ਸਰਦਾਰੀ ਹੈ ਇਸ ਵੇਲੇ, ਉਹ ਤਾਂ ਹੀ ਰਹਿ ਸਕਦੀ ਜੇ ਸਾਰਿਆਂ ਨੂੰ ਅਵੇਲੇਬਲ ਹੋਵੇ ਜੀ। ਜੇ ਤੁਸੀਂ ਕਹਿੰਦੇ ਆ ਕਿ ਰਸ਼ੀਆ ਵਾਲੀ ਬੈਂਕ ਨਹੀਂ ਖਰੀਦ ਸਕਦੀ ਜਾਂ ਅਸੀਂ ਰਸ਼ੀਆ ਵਾਲਿਆਂ ਦੇ ਨਾਲ ਟ੍ਰੇਡ ਨਹੀਂ ਕਰਨਾ, ਇਸੇ ਤਰ੍ਹਾਂ ਤੁਸੀਂ ਹੋਰ ਦੇਸ਼ਾਂ ਦੇ ਨਾਲ ਵੀ ਕਰੋਗੇ ਤਾਂ ਉਹਦੇ ਨਾਲ ਘਾਟਾ ਸਾਨੂੰ ਹੀ ਪੈਂਦਾ। ਹੁਣ ਪਹਿਲਾਂ ਇਹ ਗੱਲ ਬਣ ਚੁੱਕੀ ਸੀ ਕਿ ਜਿਹੜਾ ਟ੍ਰੇਡ ਆ US ਡਾਲਰ ਦੇ ਵਿੱਚ ਹੁੰਦਾ, ਹਾਂਜੀ, ਸਾਰੇ ਇਦਾਂ ਹੀ ਕਰਦੇ ਜੀ। US ਵਾਲੇ ਜਿੱਦਾਂ ਅਫਗਾਨਿਸਤਾਨ ਵਾਲਿਆਂ ਦਾ ਫੜ ਕੇ ਬੈਠੇ ਨਾ ਬਿਲੀਅਨਸ ਆਫ ਡਾਲਰ ਨਿਊਯਾਰਕ ਦੇ ਵਿੱਚ, ਉਦੋਂ ਵੀ ਕ੍ਰਿਟਿਸਾਈਜ਼ ਇਹਨਾਂ ਨੂੰ ਕੀਤਾ ਸੀ ਇਹਨਾਂ ਦੇ ਬੈਂਕਰਜ਼ ਨੇ, ਇਹਨਾਂ ਦੇ ਇਕਨੋਮਿਸਟ ਨੇ ਕਿ ਤੁਸੀਂ ਇਦਾਂ ਨਾ ਕਰੋ, ਫਿਰ ਸਾਰੇ ਦੇਸ਼ ਤੁਹਾਡੇ ਨਾਲ ਅਕਾਊਂਟ ਹੁਣ ਤਾਂ ਅਕਾਊਂਟ ਰੱਖਦੇ ਆ, ਪੈਸੇ ਸਾਨੂੰ ਫਾਇਦਾ ਹੁੰਦਾ, ਫਿਰ ਉਹ ਅਕਾਊਂਟ ਬੰਦ ਕਰ ਦੇਣਗੇ, ਉਹ ਆਪਣੀ ਕਰੰਸੀ ਦੇ ਵਿੱਚ ਐਕਸਚੇਂਜ ਕਰਨ ਲੱਪਣਗੇ ਜੀ। ਤਾਂ ਉਹਦੇ ਨਾਲ ਅਲਟੀਮੇਟਲੀ ਜਿਹੜਾ ਘਾਟਾ ਪੈਂਦਾ ਆ ਉਹ US ਡਾਲਰ ਨੂੰ ਪੈਂਦਾ। ਹਾਂਜੀ। ਸੋ ਇਹ ਜਿਹੜੀ ਸ਼ਾਰਟ ਟਰਮ ਪਾਲਿਸੀ ਹੈ ਤੁਹਾਡੀ, ਕੀ ਕਹਿੰਦੇ ਹੁੰਦੇ ਆ ਵੀ, ਇੱਕ ਤਾਂ ਹੁੰਦੀ ਦੂਰ ਅੰਦੇਸ਼, ਇੱਕ ਹੁੰਦੀ ਆ ਥੋੜੇ ਸਮੇਂ ਲਈ ਜਿਹੜੀ ਅਸੀਂ ਵਰਤਦੇ ਆ। ਇਹ ਥੋੜੇ ਸਮੇਂ ਲਈ ਤੁਹਾਨੂੰ ਚੰਗੀ ਗੱਲ ਲੱਗਦੀ ਆ, ਪਰ ਦੂਰ ਅੰਦੇਸ਼ ਪਾਲਿਸੀ ਨਹੀਂ ਹੈ। ਹਾਂਜੀ। ਹੁਣ ਚੀਨ ਦਾ ਤੇ ਰਸ਼ੀਆ ਦਾ ਜਿਹੜਾ ਵਪਾਰ ਆ, ਉਹ ਵਪਾਰ ਤਾਂ ਕਰੀ ਜਾਂਦੇ, ਫੁੱਲ ਸਕੇਲ ਵਪਾਰ ਹੁੰਦਾ। ਪਹਿਲਾਂ ਉਹ US ਡਾਲਰ ਨਾਲ ਕਰਦੇ ਹੁੰਦੇ ਸੀ, ਹੁਣ ਉਹਨਾਂ ਨੇ ਯੈਨ ਜਿਹੜੀ ਚਾਈਨਾ ਦੀ ਕਰੰਸੀ ਤੇ ਇਹਨਾਂ ਦੀ ਰੂਬਲ ਦੀ 1000% ਤੋਂ ਜ਼ਿਆਦਾ ਹੋ ਗਿਆ ਉਹਨਾਂ ਦਾ। ਹਾਂਜੀ। ਆ ਪਿਛਲੇ 3 ਮਹੀਨਿਆਂ ਦੇ ਵਿੱਚ ਹੀ ਜੀ। ਇੰਡੀਆ ਵਾਲਿਆਂ ਨਾਲ ਪਹਿਲਾਂ ਵੀ ਸੋਵੀਅਤ ਯੂਨੀਅਨ ਵਾਲੇ ਵੀ ਇਦਾਂ ਕਰਦੇ ਹੁੰਦੇ ਸੀ, ਥੋੜੀਆਂ ਐਕਸੈਪਸ਼ਨ ਦਿੱਤੀਆਂ ਸੀ ਕਿ ਤੁਸੀਂ ਰੁਪਈਆਂ ਦੇ ਨਾਲ ਸਾਡੇ ਨਾਲ ਵਪਾਰ ਕਰ ਸਕਦੇ ਹੋ, ਤੇ ਹੁਣ ਉਹਨਾਂ ਨੇ ਜ਼ਿਆਦਾ ਕਰਨਾ ਸ਼ੁਰੂ ਕਰਤਾ। ਇੱਕ ਤਾਂ ਉਹਨਾਂ ਨੂੰ ਮੌਜ ਲੱਗ ਗਈ ਕਿ ਜਿਹੜਾ ਆਇਲ ਆ ਉਹ ਬੜਾ ਸਸਤਾ ਵੇਚ ਰਿਹਾ, ਉਹ ਗੈਸ ਸਸਤੀ ਵੇਚ ਰਿਹਾ, ਤੇ ਦੂਜਾ ਉਹਨਾਂ ਨੂੰ ਮੌਜ ਲੱਗ ਗਈ ਕਿ ਰੁਪਈਏ ਲੈ ਰਹੇ, ਹਾਂਜੀ, ਸਾਨੂੰ ਡਾਲਰ ਦੀ ਖਰਚਣ ਦੀ ਲੋੜ ਹੀ ਨਹੀਂ। ਜਿਹੜੇ ਡਾਲਰ ਦਾ ਟ੍ਰੇਡ ਆ ਉਹ ਬਾਕੀ ਯੂਰਪੀਅਨ ਮੁਲਕਾਂ ਨਾਲ ਕਰਦੇ ਆ, UAE ਦੇ ਨਾਲ ਸਾਡਾ ਬਹੁਤ ਵੱਡਾ ਟ੍ਰੇਡ ਆ, ਅਮਰੀਕਾ ਦੇ ਨਾਲ ਟ੍ਰੇਡ ਹੈ, ਪਰ ਇਹਦੇ ਵਿੱਚ ਅਲਟੀਮੇਟਲੀ ਘਾਟਾ ਜਿਹੜਾ ਆ ਉਹ US ਨੂੰ ਪੈ ਰਿਹਾ, ਜਿਹੜਾ ਲੌਂਗ ਟਰਮ ਦੇ ਵਿੱਚ ਫਿਰ ਸੋਚਣਗੇ ਬਾਅਦ ਦੇ ਵਿੱਚ ਆ ਕੇ ਇਹ, ਹਾਂਜੀ, ਕਿ ਇਹਦੇ ਨਾਲ ਅਸੀਂ ਕੁਝ ਨਹੀਂ ਖੱਟਿਆ। ਜੀ ਬਿਲਕੁਲ। ਜੇ ਘਾਟਾ ਪਿਆ ਤਾਂ ਸਾਡੇ ਟ੍ਰੈਜਰੀ ਨੂੰ ਪਿਆ, ਸਾਡੇ ਡਾਲਰ ਨੂੰ ਪਿਆ। ਜੀ ਬਿਲਕੁਲ। ਜੇ ਇਹਨਾਂ ਦੇ ਡਾਲਰ ਦੀ ਸਰਦਾਰੀ ਖਤਮ ਹੁੰਦੀ ਆ ਤੇ ਫਿਰ ਵੱਖ-ਵੱਖ ਕਰੰਸੀਜ਼ ਆਉਣਗੀਆਂ। ਹਾਂਜੀ ਬਿਲਕੁਲ, ਫਿਰ ਤਾਂ ਡਾਕਟਰ ਸਾਹਿਬ ਹੋਰ ਕਰੰਸੀਜ਼ ਨੇ ਆਉਣਾ ਹੀ ਆ। ਡਾਕਟਰ ਸਾਹਿਬ ਹੁਣ ਜਿਹੜੀ ਅਗਲੀ ਖਬਰ ਹੈਗੀ, ਇਹਦਾ ਸਬੰਧ ਨਾ ਮਹਾਰਾਸ਼ਟਰ ਦੇ ਨਾਲ ਆ, ਪਰ ਵੈਸੇ ਉਦਾਂ ਕਹਿੰਦੇ ਆ ਕਿ ਸਮੇਂ ਦਾ ਪਾਬੰਦ ਹੋਣਾ ਚਾਹੀਦਾ, ਬੰਦੇ ਨੂੰ ਹੋਣਾ ਜ਼ਰੂਰੀ ਆ, ਪਰ ਕਈ ਲੋਕੀ ਕਾਫੀ ਜ਼ਿਆਦਾ ਪੰਚੁਅਲ ਹੁੰਦੇ ਆ,
ਤੇ ਉਹ ਚਾਹੁੰਦੇ ਆ ਕਿ ਉਹਨਾਂ ਦੇ ਨਾਲ ਜਿਹੜੇ ਲੋਕਾਂ ਦੇ ਵੀ ਸਬੰਧ ਹੈਗੇ ਆ ਵੀ ਉਹ ਵੀ ਪੰਚੁਅਲ ਹੁਣ, ਸਮੇਂ ਨੂੰ ਕਦਰ ਕਰਨ, ਉਹ ਸਮੇਂ ਦੀ ਕਦਰ ਕਰਨੀ ਚਾਹੀਦੀ ਆ। ਹੁਣ ਮਹਾਰਾਸ਼ਟਰ ਦੇ ਬੁਲਦਾਨਾ ਜ਼ਿਲ੍ਹੇ ਦੇ ਵਿੱਚ ਪਿਛਲੇ ਹਫ਼ਤੇ ਵਿਆਹ ਸੀ ਇਹ ਕਿਸੇ ਕੁੜੀ ਦਾ, ਤੇ ਜਿਹੜਾ ਲਾੜਾ ਸੀਗਾ ਉਹ ਔਨ ਟਾਈਮ ਨਹੀਂ ਪਹੁੰਚਿਆ ਬਰਾਤ ਲੈ ਕੇ। ਕਹਿੰਦੇ ਵੀ ਉਹ ਸ਼ਰਾਬ ਪੀ ਕੇ ਡਾਂਸ ਡੂੰਸ ਕਰਦਾ ਰਿਹਾ, ਗੀਤ ਸੰਗੀਤ ਦੇ ਵਿੱਚ ਉਹਨੂੰ ਯਾਦ ਹੀ ਨਹੀਂ ਰਿਹਾ ਕਿ ਮੈਂ ਸਮੇਂ ਸਿਰ ਪਹੁੰਚ ਜਾਵਾਂ। ਤੇ ਜਿਹੜਾ ਕੁੜੀ ਦਾ ਡੈਡੀ ਸੀ ਨਾ ਉਹ ਬਹੁਤ ਪੰਚੁਅਲ ਸੀ, ਉਹਨੇ ਨੋਟਿਸ ਕੀਤਾ, ਉਹਨੇ ਜਿਹੜੇ ਮਹਿਮਾਨ ਉੱਥੇ ਆਏ ਹੋਏ ਸੀ ਉਹਨਾਂ ਚੋਂ ਕਿਸੇ ਹੋਰ ਮੁੰਡੇ ਨਾਲ ਆਪਣੀ ਕੁੜੀ ਦਾ ਵਿਆਹ ਕਰਤਾ। ਦੇਖੋ ਅਲਟੀਮੇਟ ਪਨਿਸ਼ਮੈਂਟ ਹੈ ਇਹ ਬੰਦੇ ਲਈ ਕਿ ਕਿਸੇ ਬੰਦੇ ਨੇ ਆਪਣੇ ਚਾਅ ਦੇ ਵਿੱਚ ਸਵੇਰੇ ਹੀ ਸ਼ਰਾਬ ਪੀਣੀ ਸ਼ੁਰੂ ਕਰਤੀ ਉਹਨੇ। ਹਾਂਜੀ, ਚਲੋ ਬਾਕੀ ਦੇ ਚਾਅ ਕਰਦੇ ਜੁਦੀ ਗੱਲ ਆ। ਜਿੱਦਾਂ ਇੱਥੇ ਅਸੀਂ ਕਈ ਗੱਲਾਂ ਕਰਦੇ ਹਾਂ ਜਿਹਨਾਂ ਦੇ ਵਿੱਚ ਤੁਹਾਡੀ ਕੋਈ ਪ੍ਰਾਪਤੀ ਹੋਵੇ ਨਾ, ਤੁਸੀਂ ਕੋਈ ਡਿਗਰੀ ਲਈ ਆ, ਤੁਸੀਂ ਕੋਈ ਬਿਜ਼ਨਸ ਐਸਟੈਬਲਿਸ਼ ਕਰ ਲਿਆ, ਉਹਦੇ ਲਈ ਤਾਂ ਤੁਸੀਂ ਸੈਲੀਬ੍ਰੇਸ਼ਨ ਕਰੋ, ਚੰਗੀ ਲੱਗਦੀ ਹੈ। ਪਰ ਜਿਹਦੇ ਵਿੱਚ ਤੁਹਾਡਾ ਕੋਈ ਕੰਮ ਨਹੀਂ ਹੈ, ਖਰਿਆ ਉਹਦੇ ਘਰਦਿਆਂ ਨੇ ਰਿਸ਼ਤਾ ਕੀਤਾ ਹੋਣਾ ਉਹਦਾ, ਹਾਂਜੀ, ਇਹੀ ਕੀਤੇ ਹੋਣਾ, ਸਵੇਰੇ ਹੀ ਸ਼ਰਾਬ ਪੀਣ ਲੱਗ ਪਿਆ, ਸਵੇਰੇ ਉੱਥੇ ਭੰਗੜਾ ਪਾਉਣ ਲੱਗ ਪਿਆ, ਤੇ ਉਹ ਪਹੁੰਚਿਆ ਹੀ ਨਹੀਂ ਉੱਥੇ ਲੜਕੀ ਵਾਲਿਆਂ ਦੇ। ਹਾਂਜੀ, ਤੇ ਉਹਦੇ ਬਾਪ ਨੇ ਫਿਰ ਦੇਖਿਆ ਵੀ ਉਹਨਾਂ ਦੇ ਗੈਸਟ ਦੇ ਵਿੱਚ ਕੋਈ ਮਹਿਮਾਨਾਂ ਦੇ ਵਿੱਚ ਕੋਈ ਮੁੰਡਾ ਆਇਆ ਸੀ ਚੰਗਾ, ਉਹਨੇ ਉਹਦੇ ਨਾਲ ਸ਼ਾਦੀ ਕਰਤੀ। ਜਦੋਂ ਉਹ ਪਹੁੰਚਾ ਤਾਂ ਪਤਾ ਲੱਗਾ ਵੀ ਉਹ ਕੁੜੀ ਦੀ ਸ਼ਾਦੀ ਤਾਂ ਪਹਿਲਾਂ ਹੀ ਹੋ ਗਈ। ਹਾਂਜੀ, ਤੇ ਇਹ ਮਤਲਬ ਅਲਟੀਮੇਟ ਪਨਿਸ਼ਮੈਂਟ ਇਹ ਆ। ਹਾਂਜੀ, ਜਿੱਦਾਂ ਹੁਣ ਪਿੰਡਾਂ ਤੁਸੀਂ ਘਰਾਂ ਦੇ ਵਿੱਚ ਕਿਸੇ ਨੂੰ ਸੱਦਦੇ ਆ ਨਾ, ਡਿਨਰ ਤੇ ਸੱਦ ਲੈਂਦੇ ਅਸੀਂ 7 ਵਜੇ ਆ ਜਾਓ, ਉਹ ਆਉਣਗੇ 9:30 ਵਜੇ। ਮਤਲਬ ਉਹਨਾਂ ਨੂੰ ਵੈਸੇ ਦਰਵਾਜ਼ਾ ਖੋਲ੍ਹਣਾ ਨਹੀਂ ਚਾਹੀਦਾ, ਉਹਨਾਂ ਨੂੰ ਕਹੇ ਚਲੋ ਮੁੜ ਜਾਓ, ਅਸੀਂ ਤਾਂ ਸੌਣ ਲੱਗੇ ਹਾਂ। ਹਾਂਜੀ, ਇਹ ਅਗਲੇ ਦੀ ਬੇਇੱਜ਼ਤੀ ਕਰਨ ਵਾਲੀ ਗੱਲ ਆ। ਤੁਹਾਨੂੰ ਤਾਂ ਵੈਸੇ ਮਹਿਮਾਨ ਸਮਝ ਕੇ ਕੋਈ ਬੰਦਾ ਸੱਦ ਰਿਹਾ, ਇਹ ਤੁਹਾਨੂੰ ਇੱਕ ਸਨਮਾਨ ਦੇ ਰਿਹਾ ਉਹ ਬੰਦਾ। ਹਾਂਜੀ, ਤੁਹਾਨੂੰ ਘਰ ਦੇ ਵਿੱਚ ਉਹਨਾਂ ਨੇ ਸਾਰਾ ਦਿਨ ਲਾਇਆ ਹੁੰਦਾ ਕੁਕਿੰਗ ਤੇ, ਤੁਹਾਡੇ ਲਈ ਆਰਡਰਸ ਬਣਾਏ ਹੁੰਦੇ, ਐਪੀਟਾਈਜ਼ਰ ਬਣਾਏ ਹੁੰਦੇ ਆ, ਖਾਣਾ ਬਣਾਇਆ ਹੁੰਦਾ, ਤੁਸੀਂ ਉਹਨਾਂ ਬੰਦਿਆਂ ਦੀ ਬੇਇੱਜ਼ਤੀ ਕਰ ਰਹੇ ਆ, 2 ਘੰਟੇ ਲੇਟ ਜਾ ਰਹੇ। ਇਹਦਾ ਮਤਲਬ ਤੁਸੀਂ ਪਸ਼ੂ ਆ, ਪਸ਼ੂਆਂ ਨੂੰ ਨਹੀਂ ਸੱਦਣਾ ਚਾਹੀਦਾ। ਵੈਸੇ ਪਸ਼ੂ ਤੁਸੀਂ ਦੇਖਿਓ ਇੱਥੇ ਬੈਂਕੁਏਟ ਹਾਲ ਦੇ ਵਿੱਚ ਜਾਂਦੇ ਆ ਨਾ, ਉੱਥੇ ਹੁਣ ਅਰਲੀ ਤਾਂ ਜਾਣ ਲੱਗ ਪਏ ਆ ਕਿ ਕੁਰਸੀਆਂ ਨਹੀਂ ਮਿਲਦੀਆਂ। ਹਾਂਜੀ, ਹਰ ਇੱਕ ਬੈਂਕੁਏਟ ਹਾਲ 'ਚ ਜਾ ਕੇ ਦੇਖਿਓ, ਜੇ 7 ਵਜੇ ਸੱਦਿਆ ਤੇ 6:30 ਬੈਠੇ ਹੁੰਦੇ, ਇਸ ਕਰਕੇ ਬੈਠੇ ਹੁੰਦੇ ਕਿ ਕੁਰਸੀਆਂ ਲੈਣੀਆਂ ਹੁੰਦੀਆਂ, ਇਸ ਕਰਕੇ ਨਹੀਂ ਵੀ ਟਾਈਮ ਸਿਰ ਆਉਣਾ। ਮਤਲਬ ਸਮੇਂ ਦੀ ਕਦਰ ਨਹੀਂ, ਸਮੇਂ ਦੀ ਕੋਈ ਕਦਰ ਨਹੀਂ, ਇਹ ਕੁਰਸੀ ਦੀ ਕਦਰ ਹੈਗੀ ਆ ਵੀ ਕੁਰਸੀ ਨਾ, ਜੇ ਅਸੀਂ 7:30 ਪੌਣੇ 8 ਪਹੁੰਚੇ ਜਾਂ 8 ਪਹੁੰਚੇ ਤਾਂ ਕੁਰਸੀਆਂ ਨਹੀਂ ਮਿਲਣੀ। ਡਾਕਟਰ ਸਾਹਿਬ ਕੁਰਸੀ ਦਾ ਪਿਆਰ ਹੀ ਇਹੋ ਜਿਹਾ ਹੁੰਦਾ, ਆਪਾਂ ਹਰ ਰੋਜ਼ ਤਾਂ ਦੇਖਦੇ ਹਾਂ ਕੁਰਸੀ ਦੀ ਕਦਰ ਤਾਂ ਹਰ ਕਿੱਸਾ ਕੁਰਸੀ ਦਾ। ਹਾਂਜੀ ਬਿਲਕੁਲ, ਤੁਸੀਂ ਦੇਖ ਲਓ ਆਪਣੇ ਮੇਅਰ ਸਾਹਿਬ ਫੈਬੀਕੋਲ ਜਿੱਦਾਂ ਕਹਿੰਦੇ ਆ ਕਿ ਉਹਦਾ ਜਿਹੜਾ ਜੋੜ ਹੁੰਦਾ ਉਦਾਂ ਬੈਠਿਆ ਕੁਰਸੀ ਤੇ, ਉਹ ਕਹਿੰਦੇ ਕਿ ਨੋ ਕ੍ਰੇਜ਼ੀ ਗਲੂ ਹੁੰਦਾ ਇੱਥੇ, ਇੱਕ ਕ੍ਰੇਜ਼ੀ ਗਲੂ ਲਾ ਕੇ ਬੈਠੇ ਆ ਕੁਰਸੀ ਦੇ ਨਾਲ। ਹਾਂਜੀ ਬਿਲਕੁਲ, ਤੁਸੀਂ ਸਹੀ ਕਿਹਾ। ਤੁਸੀਂ ਆਪੇ ਦੇਖ ਲਓ ਵੀ ਹੁਣ ਇੱਥੇ ਹਾਲਸ ਦੇ ਵਿੱਚ ਵੀ ਤੁਸੀਂ ਜਿੱਦਾਂ ਮੈਂਸ਼ਨ ਕੀਤਾ ਕਿ ਲੋਕ ਤਾਂ ਜਾਂਦੇ ਆ ਕਿ ਉਹਨਾਂ ਨੂੰ ਕੁਰਸੀ ਮਿਲ ਜਾਵੇ, ਨਹੀਂ ਤਾਂ ਕੋਈ ਨਾ ਜਾਵੇ ਇੱਥੇ ਵੈਸੇ। ਹਾਂਜੀ, ਯੂਜੂਅਲੀ ਲੇਟ ਹੋ ਜਾਂਦੇ ਆ ਲੋਕੀ। ਫੰਕਸ਼ਨ ਜੇ 7 ਵਜੇ ਸ਼ੁਰੂ ਹੁੰਦਾ ਤਾਂ ਕਈ ਲੋਕੀ ਤਾਂ ਘਰ ਤੋਂ ਤੁਰਦੇ ਹੀ 8 ਵਜੇ। ਅੱਛਾ, ਫਿਰ ਇਹ ਦੇਖੋ ਕਿ ਬੰਦੇ ਕਦੇ ਕੰਮ ਤੇ ਲੇਟ ਨਹੀਂ ਹੁੰਦੇ ਜਿੱਥੇ ਪੈਸੇ ਮਿਲਦੇ। ਹਾਂਜੀ, ਜਾਂ ਉਹਨਾਂ ਨੇ ਪੈਸੇ ਚੱਕਣ ਜਾਣਾ ਹੋਵੇ, ਉਹਦੇ ਘਰ ਦੇ ਮੂਹਰੇ 15 ਮਿੰਟ ਪਹਿਲਾਂ ਬੈਠੇ ਹੋਣਗੇ। ਹਾਂਜੀ, ਜਿੱਥੇ ਕੋਈ ਸਨਮਾਨ ਦੀ ਗੱਲ ਕਰਨੀ ਹੋਵੇ, ਜਿੱਥੇ ਕੋਈ ਸਦਾਚਾਰ ਦੀ ਗੱਲ ਹੋਣੀ ਚਾਹੀਦੀ ਹੈ, ਤੁਹਾਡੇ ਮੀਟਿੰਗ ਤੇ ਉੱਥੇ ਲੇਟ ਆਉਣਾ। ਬੈਂਕੁਏਟ ਹਾਲ ਦੇ ਵਿੱਚ ਤਾਂ ਜਾਂਦੇ ਆ ਕਿ ਕੁਰਸੀ ਲੈਣੀ ਹੈ, ਕਿਸੇ ਦੇ ਘਰ ਜਾਣਾ ਤਾਂ ਉਹ ਲੇਟ ਹੋਣਾ, ਜਾਣ ਬੁੱਝ ਕੇ ਲੇਟ ਹੋਣਾ। ਹਾਂਜੀ, ਇਹ ਦਿਖਾਲਣਾ ਵੀ ਅਸੀਂ ਪਤਾ ਨਹੀਂ ਕੌਣ ਰਾਸ਼ਟਰਪਤੀ ਲੱਗੇ ਆ ਜੀ। ਮੈਂ ਤਾਂ ਇਹ ਕਹਿਣਾ ਹੁੰਦਾ, ਜਿਹੜਾ ਬੰਦਾ ਨਹੀਂ ਆਇਆ ਨਾ 10 ਮਿੰਟਾਂ 'ਚ, ਇਹਨੂੰ ਦਰਵਾਜ਼ਾ ਨਾ ਖੋਲਿਓ, ਮੁੜ ਕੇ ਜਾਣ, ਫਿਰ ਪਤਾ ਲੱਗੇ ਵੀ ਸਾਨੂੰ ਸੱਦਿਆ ਸੀ ਕਿਸੇ ਨੇ ਤੇ ਇਹਨਾਂ ਬੰਦਿਆਂ ਨੇ ਸਾਨੂੰ ਸੱਦਿਆ ਹੀ ਨਹੀਂ, ਅੰਦਰ ਹੀ ਨਹੀਂ ਬਣ ਦਿੱਤਾ। ਹਾਂਜੀ, ਉਹਨਾਂ ਬੰਦਿਆਂ ਦੀ ਜਿਹੜੇ ਤੁਹਾਡੀ ਬੇਇੱਜ਼ਤੀ ਕਰਦੇ ਆ, ਉਹਨਾਂ ਦੀ ਬੇਇੱਜ਼ਤੀ ਹੋਣੀ ਚਾਹੀਦੀ ਨਾ, ਤਾਂ ਹੀ ਬਰਾਬਰ ਹੋ ਸਕਦਾ। ਜੀ ਡਾਕਟਰ ਸਾਹਿਬ ਇੱਕ ਨਾ ਜਿਹੜੀ ਅਗਲੀ ਖਬਰ ਹੈ ਇਹਦਾ ਸਬੰਧ ਹੈਗਾ ਕੈਲੀਫੋਰਨੀਆ ਦੇ ਨਾਲ। ਕੈਲੀਫੋਰਨੀਆ ਦੀ ਇੱਕ ਔਰਤ ਜਿਹਨੇ ਸਾਊਥ ਵੈਸਟ 에ਅਰਲਾਈਨਸ ਦੀ ਫਲਾਈਟ ਅਟੈਂਡੈਂਟ ਦੇ ਮੂੰਹ ਤੇ ਫਲਾਈਟ ਦੇ ਦੌਰਾਨ ਮੁੱਕਾ ਮਾਰਿਆ ਸੀ। ਉਸ ਕੇਸ ਦਾ ਫੈਸਲਾ ਆਇਆ। ਪਹਿਲਾਂ ਤਾਂ ਇਹ ਦੱਸੋ ਵੀ ਉਹਨੇ ਮੁੱਕਾ ਕਾਤੇ ਮਾਰਿਆ ਸੀ, ਤੇ ਫਿਰ ਫੈਸਲੇ ਬਾਰੇ ਦੱਸੋ ਕਿ ਫੈਸਲਾ ਕੀ ਆਇਆ। ਦੇਖੋ, ਅਸੀਂ ਕੱਲ ਗੱਲ ਕਰਦੇ ਸੀ ਕਿ ਨਹੀਂ, ਔਰਤਾਂ ਦੀ ਫੌਜ ਦੇ ਵਿੱਚ ਉਹਨਾਂ ਦੇ ਨਾਲ
ਜਿਹੜੀ ਵੀ ਸੈਕਸ਼ੂਅਲ ਮਿਸਕੰਡਕਟ ਹੁੰਦਾ ਹੈ ਹਾਂਜੀ ਇਹਦੇ ਮੁੱਕੇ ਨੇ ਸ਼ੋਅ ਕਰਦਾ ਵੀ ਲੜਨ ਵਾਲੀਆਂ ਵੀ ਹੈਗੀਆਂ ਹਾਂਜੀ ਫਾਈਟਰਸ ਆ ਉਹਨੇ ਹੁਣ 에ਅਰਲਾਈਨ ਦੇ ਵਿੱਚ ਇੱਕ ਤਾਂ ਜਾਇਜ਼ ਗੱਲਾਂ ਹੁੰਦੀਆਂ ਜਿਹਦਾ ਮਾਸਕ ਦੀ ਮੈਂਡੇਟ ਹੁੰਦੀ ਸੀ ਪਹਿਲਾਂ ਹਾਂਜੀ ਤਾਂ ਉਹ ਉਹਨਾਂ ਨੂੰ ਕਰਨੀ ਪੈਂਦੀ ਆ ਉਹ ਤਾਂ ਹੈਲਥ ਅਥਾਰਟੀਜ਼ ਨੇ ਕਿਹਾ ਹੈ ਤਾਂ ਉਹ ਕਹਿੰਦੀਆਂ ਕਿ ਤੁਸੀਂ ਮਾਸਕ ਪਾਓ ਹਾਂਜੀ ਸੀਟ ਬੈਲਟ ਲਾਉਣੀ ਇਹ ਵੀ ਸੇਫਟੀ ਦੀ ਇਸ਼ੂ ਆ ਜੀ ਹੁਣ ਕਈ ਬੰਦੇ ਇਹ ਸਮਝਦੇ ਕਿ ਮੈਂ ਨਹੀਂ ਸੀਟ ਬੈਲਟ ਲਾਉਣੀ ਹਾਂਜੀ ਮੈਂ ਨਹੀਂ ਮਾਸਕ ਪਾਉਣਾ ਜੀ ਉਹ ਕਿਤੇ ਸਟਿਊਰਡੈਸ ਨੇ ਕਿਹਾ ਵੀ ਤੈਨੂੰ ਇਹ ਤਾਂ ਕੰਮ ਕਰਨਾ ਹੀ ਪੈਣਾ ਹੈਲਥ ਅਥਾਰਟੀ ਨੇ CDC ਨੇ ਸਾਨੂੰ ਕਿਹਾ ਹੈ ਕਿ ਮਾਸਕ ਪਾਓ ਤੇ ਜਿਹੜੀ ਐਵੀਏਸ਼ਨ ਇੰਡਸਟਰੀ ਹੈ ਉਹਦਾ ਰੂਲ ਹੈ ਕਿ ਤੁਸੀਂ ਸੀਟ ਬੈਲਟ ਜ਼ਰੂਰ ਲਾ ਕੇ ਰੱਖੋ ਉਹ ਖੜੀ ਹੋਈ ਉਹਨੇ ਇੱਕ ਸੁੰਨ ਮਾਰਿਆ ਉਹਦੇ ਦੰਦ ਤੋੜ ਦਿੱਤੇ ਹਾਂਜੀ ਦੰਦ ਤੋੜ ਤੇ ਸਾਰੇ ਦੰਦ ਤੋੜੇ ਉਹਦੇ ਮੂੰਹ ਦੇ ਮੋਲੇ ਤੇ ਉਹਦੇ ਦੰਦਾਂ ਦਾ ਖਰਚਾ ਵੀ ਉਹਨੂੰ ਦੇਣਾ ਪਿਆ ਹੁਣ ਡੈਂਟਿਸਟ ਦਾ ਖਰਚਾ ਜਿੰਨਾ ਆਇਆ ਉਹ ਜੱਜ ਨੇ ਉਹ ਵੀ ਪਾਤਾ ਕਹਿੰਦੇ ਕਿ ਇੱਕ ਤਾਂ ਜੇਲ੍ਹ ਕੀਤੀ ਉਹਨੂੰ ਹਾਂਜੀ ਦੂਸਰਾ ਉਹਨੂੰ $30,000 ਦਾ ਖਰਚਾ ਵੀ ਦਿੱਤਾ ਜੀ ਉਹ ਦੰਦ ਤੋੜੇ ਉਹਦੇ ਹਾਂਜੀ ਮਤਲਬ ਗੁੱਸਾ ਕਿੰਨਾ ਲੋਕਾਂ ਨੂੰ ਇੱਕ ਹੈਗਾ ਜਿਹੜਾ ਤੁਸੀਂ ਗੁੱਸਾ ਕਰ ਸਕਦੇ ਆ 에ਅਰਲਾਈਨ ਤੇ ਤੁਸੀਂ 에ਅਰਲਾਈਨ ਦੇ ਵਿੱਚ ਬੈਠੇ ਆ ਹਮੇਸ਼ਾ ਹੀ ਉਹ ਇਦਾਂ ਹੀ ਕਹਿਣਗੇ 5 ਮਿੰਟ ਜਹਾਜ਼ ਲੇਟ ਹੋ ਗਿਆ 5 ਮਿੰਟ 10 ਮਿੰਟ ਹੋ ਗਿਆ ਲੇਟ ਇਹ ਜੇ ਤੁਹਾਨੂੰ ਪਤਾ ਹੀ ਹੈ ਕਿ ਘੰਟਾ ਜਾਂ 2 ਘੰਟੇ ਨਹੀਂ ਚੱਲਣਾ ਇਹ ਇੱਕ ਵਾਰ ਆਟਵਾ ਦੇ ਵਿੱਚ ਪਲੇਨ ਉਹਦੀ ਖਬਰਾਂ ਵੀ ਆਈਆਂ ਸੀ ਚੰਗੀ ਗਰਮੀ ਸੀ ਉਹਨਾਂ ਨੂੰ ਲੋਕਾਂ ਨੂੰ ਬਿਠਾ ਲਿਆ ਉਹਨਾਂ ਨੇ ਤੇ ਸੀਟਾਂ ਦੇ ਉਹ ਲੋਕਾਂ ਨੂੰ ਪਾਣੀ ਵੀ ਨਹੀਂ ਦੇ ਰਹੇ ਸੀ ਇਹੀ 15 ਮਿੰਟ ਬਾਅਦ ਅਨਾਉਂਸ ਕਰਦੇ ਸੀ ਕਿ ਜਹਾਜ਼ ਲੇਟ ਹੋ ਗਿਆ ਤੇ ਤੁਸੀਂ ਇਹਨਾਂ ਨੂੰ ਬੰਦਿਆਂ ਨੂੰ ਬਾਹਰ ਚੱਲਣ ਦਿਓ ਜੀ ਉਹ ਰੂਲ ਇਹਨਾਂ ਦਾ ਇਹ ਆ ਵੀ ਜੰਦੇ ਹੁਣ ਅੰਦਰ ਬੈਠੇ ਆ ਤਾਂ ਬੈਠੇ ਹੀ ਰਹੋ ਬੈਠੇ ਉਹਨਾਂ ਬੰਦਿਆਂ ਨੂੰ ਤਾਂ ਗੁੱਸਾ ਆ ਸਕਦਾ ਜਾਇਜ਼ ਆ ਸਕਦਾ ਫਰਸਟ੍ਰੇਸ਼ਨ ਹੋ ਜਾਂਦੀ ਆ ਫਰਸਟ੍ਰੇਸ਼ਨ ਹੁੰਦੀ ਨਾ ਤੇ ਆ ਜਿਹੜਾ ਆ ਇਹ ਫਰਸਟ੍ਰੇਸ਼ਨ ਹੈਗੀ ਆ ਕਿ ਕਿਸੇ ਨੂੰ ਮਾਸਕ ਪਾਉਣ ਲਈ ਕਹਿਣਾ ਇਹ ਤਾਂ ਉਹਦਾ ਵਿਚਾਰੀ ਦਾ ਉਹਦੀ ਜੌਬ ਹੀ ਇਹ ਹੈ ਹਾਂਜੀ ਤੇ ਉਹਨੂੰ ਜੌਬ ਕਰਨੀ ਪੈਣੀ ਆ ਵੀ ਮੈਂ ਇਹਨੂੰ ਦੱਸਾਂ ਕਿ ਮਾਸਕ ਪਾ ਆਪਣੀ ਸੀਟ ਬੈਲਟ ਲਾ ਉਹਨੇ ਉਹਦੇ ਜਾ ਕੇ ਮੁੱਕਾ ਮਾਰਿਆ ਹਾਂਜੀ ਡਾਕਟਰ ਸਾਹਿਬ ਦੇਖੋ ਕਈ ਵਾਰੀ ਹੁੰਦਾ ਵੀ ਕਈ ਰੂਲਸ ਐਂਡ ਰੈਗੂਲੇਸ਼ਨਸ ਹੁੰਦੇ ਆ ਜਿਵੇਂ ਵਾਈਲ ਡਰਾਈਵਿੰਗ ਹੈ ਨਾ ਸੀਟ ਬੈਲਟ ਜਿਵੇਂ ਤੁਸੀਂ ਮੈਂਸ਼ਨ ਵੀ ਕੀਤਾ ਪਰ ਕਈ ਲੋਕੀ ਨਹੀਂ ਲਾਉਂਦੇ ਤੇ ਫਿਰ ਜੇ ਤੁਸੀਂ ਉਹਨਾਂ ਨੂੰ ਕਹੋ ਬਾਈ ਚਾਂਸ ਕਿ ਤੁਸੀਂ ਕਿਸੇ ਦੇ ਨਾਲ ਜਾਂਦੇ ਹੋ ਆਪਾਂ ਕਿਸੇ ਨੂੰ ਕਹੀਏ ਕਿ ਸੀਟ ਬੈਲਟ ਲਾਉਣੀ ਚਾਹੀਦੀ ਹੈ ਤਾਂ ਲੋਕੀ ਹੱਸਣ ਲੱਗ ਜਾਂਦੇ ਆ ਕਿ ਨਹੀਂ ਇਟਸ ਨਾਟ ਰਿਕੁਆਇਰਡ ਹੈ ਨਾ ਕਿਉਂ ਲਾਉਂਦੇ ਆ ਵੀ ਜੇ ਸਾਹਮਣੇ ਕੋਈ ਪੁਲਿਸ ਵਾਲਾ ਖੜਾ ਹੋਵੇ ਤਾਂ ਹੀ ਲਾਉਣਗੇ ਇਹ ਨਹੀਂ ਸੋਚਦੇ ਵੀ ਤੁਹਾਡੀ ਸੇਫਟੀ ਦੇ ਲਈ ਡਰਦੇ ਕਰਕੇ ਤਾਂ ਲਾ ਲੈਂਦੇ ਆ ਡਰਦੇ ਕਰਕੇ ਤਾਂ ਕੋਈ ਵੀ ਰੂਲ ਫਾਲੋ ਕਰਦੇ ਆ ਪਰ ਆਪਣੀ ਓਨ ਸੇਫਟੀ ਦੇ ਕਰਕੇ ਬਹੁਤ ਘੱਟ ਆ ਵੀ ਕਈ ਹੁੰਦੇ ਆ ਨਾ ਵਿੱਚ ਕਈ ਲੋਕੀ ਹਰ ਤਰ੍ਹਾਂ ਦੇ ਹੁੰਦੇ ਆ ਤੇ ਓਨ ਸੇਫਟੀ ਲਈ ਕਈ ਲੋਕੀ ਨਹੀਂ ਕਰਦੇ ਹੈਗੇ ਰੂਲਸ ਨੂੰ ਫਾਲੋ ਆ ਦੇਖੋ ਮਾਸਕ ਵਾਲਾ ਰੂਲ ਸੀ ਪਹਿਲਾਂ CDC ਨੇ ਕਿਹਾ ਸੀ ਵੀ ਤੁਸੀਂ ਲਾਓ ਹਾਂਜੀ ਸਾਰੇ ਲੋਕੀ ਲਾਉਂਦੇ ਸੀ ਨਾ ਜੀ ਹੁਣ ਇੱਕ ਦਿਨ ਜੱਜ ਨੇ ਫਲੋਰੀਡਾ ਦੇ ਵਿੱਚ ਕਹਿ ਦਿੱਤਾ ਕਿ ਮਾਸਕ ਮੈਂਡੇਟ ਜਿਹੜੀ ਗਲਤ ਆ ਉਸੇ ਹੀ ਦਿਨ ਮੈਂ 에ਅਰਪੋਰਟ ਤੇ ਗਿਆ US ਦੇ ਵਿੱਚ ਸਾਰਿਆਂ ਬੰਦਿਆਂ ਨੇ ਲਾਏ ਮੈਂ ਲਾਇਆ ਸੀ ਮੈਨੂੰ ਪਤਾ ਹੀ ਨਹੀਂ ਮੈਂ ਤਾਂ ਰੂਲਿੰਗ ਸੁਣੀ ਨਹੀਂ ਉਹਨਾਂ ਦੀ ਤੇ ਉਹਨੇ ਫਿਰ ਮੈਨੂੰ 에ਅਰਲਾਈਨ ਵਾਲੇ ਨੇ ਦੱਸਿਆ ਕਹਿੰਦਾ ਤੈਨੂੰ ਜ਼ਰੂਰਤ ਨਹੀਂ ਵੈਸੇ ਜੇ ਨਹੀਂ ਲਾਉਣਾ ਤਾਂ ਨਾ ਲਾ ਦੋ ਰੂਲਿੰਗ ਆ ਚੁੱਕੀ ਹੈ ਇਸ ਵੇਲੇ ਜੀ ਡਾਕਟਰ ਸਾਹਿਬ ਜਿਸ ਤਰ੍ਹਾਂ ਕਿ ਅਸੀਂ ਬ੍ਰੇਕ ਤੋਂ ਪਹਿਲਾਂ ਦੱਸਿਆ ਸੀ ਕਿ ਬਿੱਲੀਆਂ ਤੇ ਕਰਫਿਊ ਲੱਗਿਆ ਇਸ ਖਬਰ ਦੇ ਬਾਰੇ ਚ ਆਪਣੇ ਸਰੋਤਿਆਂ ਨੂੰ ਦੱਸੋ ਵਿਸਥਾਰ ਦੇ ਨਾਲ ਕਿ ਬਿੱਲੀਆਂ ਦਾ ਕੀ ਕਸੂਰ ਹੋ ਗਿਆ ਕਿ ਉਹਨਾਂ ਤੇ ਕਰਫਿਊ ਲੱਗ ਗਿਆ ਤੇ ਕਿੱਥੋਂ ਦੀ ਖਬਰ ਆ ਲੋਕਾਂ ਨੇ ਕਹਿਣਾ ਕਿ ਪਹਿਲਾਂ ਕੁੱਕੜਾਂ ਦੀ ਖਬਰ ਦੇਣ ਲੱਗੇ ਸੀ ਭੇਡਾਂ ਦੀ ਖਬਰ ਦੇਣ ਲੱਗੇ ਬੰਦਿਆਂ ਦੀਆਂ ਦਿੰਦੇ ਨਹੀਂ ਨਹੀਂ ਆਪਾਂ ਬੰਦਿਆਂ ਦੀਆਂ ਵੀ ਤੇ ਕਿੰਨੀਆਂ ਖਬਰਾਂ ਦਿੱਤੀਆਂ ਨੇ ਦੇਖੋ ਡਾਕਟਰ ਸਾਹਿਬ ਕਹਿੰਦੇ ਆਪਾਂ ਡਿਸਕ੍ਰਿਮੀਨੇਸ਼ਨ ਨਹੀਂ ਕਰਦੇ ਆਪਾਂ ਇੱਕ ਅੱਖ ਨਾਲ ਸਾਰਿਆਂ ਨੂੰ ਦੇਖਦੇ ਆ ਇਸ ਕਰਕੇ ਇਹਨਾਂ ਦਾ ਵੀ ਜ਼ਿਕਰ ਹੋਣਾ ਬਣਦਾ ਜਿੱਥੇ ਜਿੱਥੇ ਜੇ ਇਹਨਾਂ ਦੇ ਨਾਲ ਕੋਈ ਰਿਲੇਟਡ ਖਬਰ ਆਉਂਦੀ ਹੈ ਤਾਂ ਸਾਡਾ ਫਰਜ਼ ਬਣਦਾ ਵੀ ਅਸੀਂ ਉਹ ਵੀ ਸਾਂਝੀ ਕਰੀਏ ਤਾਂ ਕਿ ਜਾਨਵਰ ਸਾਡੇ ਨਾਲ ਗੁੱਸੇ ਨਾ ਹੋ ਜਾਣ ਜੀ ਬਿਲਕੁਲ ਇਹਨਾਂ ਨੇ ਇੱਕ ਜਰਮਨੀ ਦੇ ਵਿੱਚ ਟਾਊਨ ਹੈ ਉਹਨਾਂ ਨੇ ਦੇਖਿਆ ਕਿ ਬਿੱਲੀਆਂ ਜਿਹੜੀਆਂ ਜਦੋਂ ਪਾਰਕ ਦੇ ਵਿੱਚ ਆਉਂਦੀਆਂ ਨਾ ਉਹਨਾਂ ਦੇ ਪੰਛੀ ਬਹੁਤ ਹੈ ਮਤਲਬ ਕਾਫੀ ਆਲੇ ਦੁਆਲੇ ਜੰਗਲੀ ਏਰੀਆ ਹੈ ਤੇ ਉਹ ਬਿੱਲੀਆਂ ਪੰਛੀਆਂ ਨੂੰ ਖਾ ਲੈਂਦੀਆਂ ਫੜ ਕੇ ਹਾਂਜੀ ਤੇ ਉਹਨਾਂ ਨੇ ਫਿਰ ਕਰਫਿਊ ਤਾਂ ਵੈਸੇ ਬੰਦਿਆਂ ਤੇ ਲਾਇਆ ਕਿਉਂਕਿ ਬਿੱਲੀਆਂ ਨੂੰ ਤਾਂ ਸਮਝ ਨਹੀਂ ਆਉਣਾ ਅੱਛਾ ਜੀ ਉਹਨਾਂ ਨੇ ਕਿਹਾ ਕਿ ਜਿਹੜੇ ਓਨਰਸ ਆ ਉਹਨਾਂ ਨੂੰ ਅਸੀਂ ਤਾੜਨਾ ਦਿੰਦੇ ਆ ਕਿ ਇਹ ਬਿੱਲੀਆਂ ਨੂੰ ਬਾਹਰ ਨਾ ਲਿਆਉਣ ਪਾਰਕਸ ਦੇ ਵਿੱਚ ਲਿਆਉਂਦੇ ਆ ਤਾਂ ਉਹ ਪੰਛੀ ਖਾ ਲੈਂਦੀਆਂ ਪੰਛੀਆਂ ਨੂੰ ਬਚਾਉਣ ਲਈ ਉਹਨਾਂ ਨੇ ਬਿੱਲੀਆਂ ਤੇ ਕਰਫਿਊ ਲਾਤਾ
ਹਾਂਜੀ ਹੁਣ ਸਾਊਂਡ ਇਦਾਂ ਕਰਦਾ ਵੀ ਬਿੱਲੀਆਂ ਦੇ ਇਹ ਵੈਸੇ ਜੇ ਇੰਡੀਆ 'ਚ ਕੋਈ ਖਬਰ ਦੇਣੀ ਹੋਵੇ ਤਾਂ ਬਿੱਲੀਆਂ ਤੇ ਕਰਫਿਊ ਐਕਚੁਅਲੀ ਇਹ ਹੈਡਲਾਈਨ ਆਹੀ ਸੀ ਜਿੱਥੋਂ ਪੜ੍ਹੀ ਸੀ ਉੱਤੇ ਵੀ ਲਿਖਿਆ ਹੋਇਆ ਸੀਗਾ ਕਿ ਬਿੱਲੀਆਂ ਤੇ ਕਰਫਿਊ ਲੱਗਾ ਹੈ ਉਹਨਾਂ ਦੇ ਓਨਰ ਤੇ ਆ ਵੈਸੇ ਹਾਂਜੀ ਕਿਉਂਕਿ ਬਿੱਲੀਆਂ ਨੇ ਤਾਂ ਮੰਨਣਾ ਨਹੀਂ ਕਰਫਿਊ ਹਾਂਜੀ ਉਹਨਾਂ ਦੇ ਓਨਰਸ ਨੇ ਪਾਲਣਾ ਕਰਨੀ ਹੁਣ ਪੈਣੀ ਆ ਜਿਹੜੀ ਅਸੀਂ ਭੇਡੂ ਦੀ ਗੱਲ ਕੀਤੀ ਉਹ ਭੇਡੂ ਨੂੰ ਤੁਸੀਂ ਜੇਲ੍ਹ 'ਚ ਤਾਂ ਦੇ ਦਿੱਤਾ ਜੀ ਤੁਸੀਂ ਬੰਦੇ ਨੂੰ ਜੇਲ੍ਹ 'ਚ ਦਿਓਗੇ ਸ਼ਾਇਦ ਸੁਧਾਰ ਹੋ ਕੇ ਆ ਜਾਵੇ ਉਹ ਹਾਂਜੀ ਤਾਂ ਭੇਡੂ ਨੂੰ ਜੇਲ੍ਹ 'ਚ ਦਿਓਗੇ ਤਾਂ ਉਹਨੇ ਕੀ ਸੁਧਰ ਕੇ ਆਉਣਾ ਹਾਂਜੀ ਹਾਂ ਠੀਕ ਹੈ ਉਹ 3 ਸਾਲ ਬਚਿਆ ਰਹੂਗਾ ਜੀ ਉਹ ਬਾਹਰ ਹੁੰਦਾ ਤਾਂ ਕਿਸੇ ਨੇ ਖਾ ਜਾਣਾ ਸੀ ਹਾਂਜੀ ਤੇ ਹੁਣ ਉਹਦੀ ਸੁਰੱਖਿਆ ਲਈ ਉਹਨੂੰ 3 ਸਾਲ ਜੇਲ੍ਹ 'ਚ ਦਿੱਤਾ ਹੈ ਜੀ 3 ਸਾਲ ਆਰਾਮ ਦੇ ਨਾਲ ਉਹਨੇ ਜੇਲ੍ਹ ਦੇ ਵਿੱਚ ਗੁਜ਼ਾਰਨੇ ਆ ਕਮ ਸੇ ਕਮ ਉਹ ਇਹ ਕਹੂਗਾ ਕਿ ਮੈਨੂੰ ਕੋਈ ਖਾਣ ਜੋਗਾ ਨਹੀਂ ਹੁਣ ਹਾਂਜੀ ਉਹਦੀ ਜਿਹੜੀ ਓਨ ਸੇਫਟੀ ਹੈਗੀ ਆ ਉਹ ਹੋ ਗਈ ਆ ਫॉर 3 ਇਅਰਸ ਉਹ ਬਿਲਕੁਲ ਸੇਫ ਐਂਡ ਸਾਊਂਡ ਆ ਤੇ ਉਹਦਾ ਖਿਆਲ ਵੀ ਰੱਖਿਆ ਜਾਊਗਾ ਖਾਣ ਪੀਣ ਦਾ ਹੁਣ ਬਾਕੀ ਦੇ ਜਿਹੜੇ ਜਾਨਵਰ ਆ ਉਹਨੂੰ ਵੀ ਇਹੀ ਹੋਣਾ ਚਾਹੀਦਾ ਵੀ ਜੇ ਬਚਣਾ ਬੰਦਿਆਂ ਤੋਂ ਤਾਂ ਜੇਲ੍ਹ 'ਚ ਲਈ ਆਪਾਂ ਹਾਂਜੀ ਉਹ ਵੀ ਹੋ ਸਕਦਾ ਮੀਟਿੰਗ ਕਰਕੇ ਇਹ ਡਿਸਾਈਡ ਕਰਦੇ ਹੋਣ ਜੀ ਡਾਕਟਰ ਸਾਹਿਬ ਹੁੰਦਾ ਆ ਸੱਚੀ ਗੱਲ ਹੈ ਇਹ ਤੇ ਇਸ ਤੋਂ ਇਲਾਵਾ ਡਾਕਟਰ ਸਾਹਿਬ ਇੱਕ ਨਾ ਜਾਪਾਨ ਦੇ ਵਿੱਚ ਇੱਕ ਕਸਬੇ ਦੀ ਖਬਰ ਹੈਗੀ ਆ ਜਿਹੜੀ ਕੋਵਿਡ-19 ਦੇ ਲਈ ਇਹ ਲੋ ਇਨਕਮ ਫੈਮਿਲੀਜ਼ ਨੂੰ ਅਸਿਸਟੈਂਸ ਦਿੱਤੀ ਜਾਂਦੀ ਸੀ ਉਹ ਕਿਤੇ ਬਾਈ ਮਿਸਟੇਕ ਨਾ ਉਸ ਬੰਦੇ ਦੇ ਅਕਾਊਂਟ ਦੇ ਵਿੱਚ ਪੈਸੇ ਚਲੇ ਗਏ ਪਰ ਉਹਨੂੰ ਮਿਲਣੇ ਨਹੀਂ ਸੀ ਬਟ ਉਹਦੇ ਅਕਾਊਂਟ ਚਲੇ ਗਏ ਉਹਦੇ ਤੋਂ ਬਾਅਦ ਜਦੋਂ ਤੋਂ ਵਾਪਸ ਮੰਗੇ ਸਰਕਾਰ ਤਾਂ ਉਹ ਕਹਿੰਦਾ ਕਿ ਹੁਣ ਮੈਂ ਨਹੀਂ ਦੇਣੇ ਮੈਂ ਤਾਂ ਖਰਚ ਤੇ ਆ ਤੁਸੀਂ ਕਹਿ ਸਕਦੇ ਕਿ ਇਹ ਲੀਕ ਜਿਹੜੀ ਆ ਇਹ ਨੁਕਸਾਨ ਵੀ ਹੋਇਆ ਬੈਂਕ ਨੂੰ ਸਰਕਾਰ ਨੂੰ ਵੀ ਹੋਇਆ ਤੇ ਇਹ ਜੈਨੂਇਨ ਆ ਠੀਕ ਹੈ ਸਾਡੇ ਨਹੀਂ ਸੀ ਇੱਕ ਮਹਾਰਾਸ਼ਟਰ ਦੇ ਵਿੱਚ ਬੰਦੇ ਨੂੰ 15 ਲੱਖ ਉਹਦੇ ਅਕਾਊਂਟ ਦੇ ਵਿੱਚ ਲੱਗਿਆ ਉਹ ਸਮਝਦਾ ਸੀ ਕਿ 15 ਲੱਖ ਜਿਹੜਾ ਮੋਦੀ ਨੇ ਵਾਅਦਾ ਕੀਤਾ ਸੀ ਇੱਕ ਵਾਰੀ ਹਾਂਜੀ 14 ਦੇ ਵਿੱਚ ਜਦੋਂ ਇਲੈਕਸ਼ਨ ਹੋਈ ਸੀ ਇਹਨਾਂ ਨੇ ਕਿਹਾ ਸੀ ਕਿ ਸਵਿਸ ਬੈਂਕਾਂ ਦੇ ਵਿੱਚ ਜਿੰਨਾ ਲੋਕਾਂ ਦਾ ਧਨ ਪਿਆ 15 ਲੱਖ ਹਰੇਕ ਹਿੰਦੁਸਤਾਨੀ ਨੂੰ ਮਿਲੂ ਹਾਂਜੀ ਉਹਨੂੰ ਬੈਂਕ ਨੇ ਵੈਸੇ ਹੀ ਬਾਈ ਮਿਸਟੇਕ ਭੇਜਤੇ ਉਹਨੇ ਖਰਚਣੇ ਸ਼ੁਰੂ ਕਰਤੇ ਹਾਂਜੀ ਉਹਨੂੰ ਫਿਰ ਪੁੱਛਦੇ ਆ ਕਿ ਤੂੰ ਤੇਰੇ ਪੈਸੇ ਖਰਚੇ ਕਿਉਂ ਤੈਨੂੰ ਜਦ ਤੇ ਤੂੰ ਹੈ ਹੀ ਨਹੀਂ ਉਹ ਕਹਿੰਦਾ ਮੈਨੂੰ ਤਾਂ ਇਹੀ ਪਤਾ ਵੀ ਮੋਦੀ ਜੀ ਨੇ ਵਾਅਦਾ ਕੀਤਾ ਥਾ ਦੇਖੋ ਉਸ ਬੰਦੇ ਦਾ ਕਸੂਰ ਕੋਈ ਨਹੀਂ ਹੈਗਾ ਉਹਦਾ ਕੀ ਕਸੂਰ ਹੈ ਇਹ ਵੀ ਬੰਦਾ ਜਿਹੜਾ ਆ ਕੋਵਿਡ ਦੇ ਪੈਸੇ ਪਿੰਡ ਦੇ ਸਾਰੇ ਦੇ ਸ਼ਹਿਰ ਦੇ ਆ ਗਏ ਉਹਦੇ ਅਕਾਊਂਟ ਦੇ ਵਿੱਚ ਆ ਗਏ ਉਹਨੇ ਤਾਂ ਇਹ ਸੋਚਿਆ ਵੀ ਮੈਨੂੰ ਪੈਸੇ ਮਿਲ ਗਏ ਹਾਂਜੀ ਇਹ ਨਹੀਂ ਉਹਨੇ ਪਤਾ ਕੀਤਾ ਵੀ ਕਿਉਂ ਮਿਲ ਗਏ ਕੀ ਗਲਤੀ ਹੋਈ ਕਿਸੇ ਦੇਖੋ ਡਾਕਟਰ ਸਾਹਿਬ ਜੇ ਅਕਾਊਂਟ 'ਚ ਪੈਸੇ ਆ ਜਾਣ ਨਾ ਬੰਦਾ ਸਵਾਲ ਵੈਸੇ ਕਰਦਾ ਨਹੀਂ ਹੈਗਾ ਉਹਨੂੰ ਹੁੰਦਾ ਕਿ ਜੇ ਪੈਸੇ ਆਏ ਆ ਸਰਕਾਰ ਨੇ ਦਿੱਤੇ ਜੈਨੂਇਨ ਹੀ ਹੋਣੇ ਆ ਬਾਈ ਮਿਸਟੇਕ ਹੀ ਭਾਵੇਂ ਆ ਗਏ ਆ ਤਾਂ ਗਏ ਨਾ ਆ ਤਾਂ ਗਏ ਹਾਂਜੀ ਦੇਰ ਆਏ ਦਰੁਸਤ ਆਏ ਸਰਕਾਰ ਨੇ ਫਾਈਨਲੀ ਪੈਸੇ ਦੇ ਦਿੱਤੇ ਹਾਂਜੀ ਔਰ ਉਸ ਬੰਦੇ ਨੇ ਖਰਚੇ ਆਨਲਾਈਨ ਗੈਂਬਲਿੰਗ ਤੇ ਖਰਚੇ ਉਹਨੇ ਹਾਂਜੀ ਗੈਂਬਲਿੰਗ ਕਰਕੇ ਕਿਉਂਕਿ ਦੇਖੋ ਮੁਫਤ ਦਾ ਪੈਸਾ ਸੀ ਤਾਂ ਹੀ ਕਰਕੇ ਗੈਂਬਲਿੰਗ ਤੇ ਖਰਚਾ ਕਹਿੰਦੇ ਨੇ ਚੋਰਾਂ ਦੇ ਕੱਪੜੇ ਡਾਂਗਾਂ ਦੇ ਗੱਜ ਹਾਂਜੀ ਬਿਲਕੁਲ ਡਾਕਟਰ ਸਾਹਿਬ ਤੇ ਅੱਜ ਦਾ ਵਿਚਾਰ ਹਾਂਜੀ ਅੱਜ ਦਾ ਵਿਚਾਰ ਹੈਗਾ ਕਿ ਘਰ ਬੈਠੇ ਬੰਦੇ ਦੀ ਜੁੱਤੀ ਨਹੀਂ ਘਸਦੀ ਹੁੰਦੀ ਇਸੇ ਨੋਟ ਤੇ ਅੱਜ ਦਾ ਪ੍ਰੋਗਰਾਮ ਅਸੀਂ ਇੱਥੇ ਹੀ ਸਮਾਪਤ ਕਰਦੇ ਹਾਂ ਖਾਸ ਤੌਰ ਤੇ ਘਰ ਬੈਠੇ ਬੰਦੇ ਨੂੰ ਬਾਈ ਮਿਸਟੇਕ ਪੈਸੇ ਆ ਜਾਣ ਹਾਂਜੀ ਬਿਲਕੁਲ ਤੁਸੀਂ ਸਹੀ ਕਿਹਾ ਡਾਕਟਰ ਸਾਹਿਬ ਤੇ ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ ਸਾਨੂੰ ਦੱਸਣਾ ਜ਼ਰੂਰ ਸਟੂਡੀਓ ਦਾ ਨੰਬਰ ਹੈ 6045929191 6045929191 ਤੁਸੀਂ ਸਾਨੂੰ ਸਾਡੇ ਸੋਸ਼ਲ ਮੀਡੀਆ ਹੈਂਡਲਸ ਤੇ ਵੀ ਮੈਸੇਜ ਕਰਕੇ ਦੱਸ ਸਕਦੇ ਹੋ ਤੁਸੀਂ ਸਾਨੂੰ ਸੁਝਾਅ ਦੇ ਸਕਦੇ ਹੋ ਤੁਹਾਡੇ ਸੁਝਾਵਾਂ ਨਾਲ ਅਸੀਂ ਆਪਣੇ ਪ੍ਰੋਗਰਾਮ ਨੂੰ ਹੋਰ ਵੀ ਜ਼ਿਆਦਾ ਬਿਹਤਰ ਬਣਾ ਸਕਦੇ ਹਾਂ ਫੇਸਬੁੱਕ ਟਵਿੱਟਰ ਤੇ ਇੰਸਟਾਗ੍ਰਾਮ ਹੈ ਜੀ ਰੇਡੀਓ ਇੰਡੀਆ 1110 ਦੇ ਨਾਂ ਹੇਠ ਜੇਕਰ ਤੁਸੀਂ ਆਪਣੇ ਬਿਜ਼ਨਸ 'ਚ ਵਾਧਾ ਕਰਨਾ ਚਾਹੁੰਦੇ ਹੋ ਤਾਂ ਸਾਡੇ ਨਾਲ ਐਡਵਰਟਾਈਜ਼ ਕਰਕੇ ਜ਼ਰੂਰ ਦੇਖੋ ਅਸੀਂ ਸਪੈਸ਼ਲ ਪੈਕੇजेस ਲਗਾਏ ਹੋਏ ਆ ਤੁਹਾਡੇ ਬਜਟ ਦੇ ਵਿੱਚ ਤੁਹਾਡੇ ਲਈ ਪੈਕੇਜ ਬਣਾ ਕੇ ਵੀ ਦੇ ਦਿੰਦੇ ਆ ਇਸ ਸੰਬੰਧੀ ਵੀ ਹੋਰ ਜਾਣਕਾਰੀ ਲਈ ਤੁਸੀਂ ਸਾਨੂੰ ਕਾਲ ਕਰੋ 6045929191 ਤੇ 6045929191 ਹੈ ਜੀ ਸਾਡੇ ਸਟੂਡੀਓ ਦਾ ਫੋਨ ਨੰਬਰ ਡੇਲੀ ਨਿਊਜ਼ ਅਪਡੇਟ ਦੇ ਲਈ ਸਾਨੂੰ ਸਾਡੇ ਸੋਸ਼ਲ ਮੀਡੀਆ ਹੈਂਡਲਸ ਤੇ ਫੋਲੋ ਜ਼ਰੂਰ ਕਰੋ ਫੇਸਬੁੱਕ ਟਵਿੱਟਰ ਤੇ ਇੰਸਟਾਗ੍ਰਾਮ ਰੇਡੀਓ ਇੰਡੀਆ 1110 ਦੇ ਨਾਂ ਹੇਠ ਹੈ ਪ੍ਰੋਗਰਾਮ 'ਚ ਸਾਥ ਦੇਣ ਲਈ ਬਹੁਤ ਬਹੁਤ ਸ਼ੁਕਰੀਆ